ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੇ ਮਾਮਲੇ, ਅੱਜ ਦੇ ਕੁਝ ਮਸਲੇ, ਕੈਨੇਡਾ ਦੇ ਮਸਲੇ, ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਸਭ ਤੋਂ ਪਹਿਲਾਂ ਮਹਿੰਗਾਈ ਬਾਰੇ ਗੱਲਬਾਤ ਕਰਾਂਗੇ। ਕੁਬੈਕ ਦੇ ਵਿੱਚ ਇਮੀਗ੍ਰੈਂਟਸ ਦਾ ਮਾਮਲਾ ਸਾਹਮਣੇ ਆਇਆ, ਉਹ ਸਾਂਝਾ ਕਰਾਂਗੇ। ਤੇ ਇੱਕ ਗੱਲਬਾਤ ਟਰੱਕ ਕਨਵਾਏ ਬਾਰੇ ਰਿਪੋਰਟ ਜਾਰੀ ਹੋਈ ਹੈ, ਉਹ ਰਿਪੋਰਟ ਡਿਸਕਸ ਕਰਾਂਗੇ। ਚੀਨ ਦੇ ਵਿੱਚ ਇੱਕ 19 ਸਾਲਾ ਨੌਜਵਾਨ ਨੂੰ ਅਲਜ਼ਾਈਮਰ ਬਿਮਾਰੀ ਹੋ ਗਈ ਹੈ, ਜਿਹੜੀ ਕਿ ਬਹੁਤ ਹੈਰਾਨੀ ਵਾਲੀ ਗੱਲ ਆ। ਇੱਕ ਯਾਤਰੀ ਨੂੰ ਜਦੋਂ ਹਵਾਈ ਸਫ਼ਰ ਕਰ ਰਿਹਾ ਸੀ ਤੇ ਉਹਦਾ ਦਿਲ ਦੇ ਵਿੱਚ ਦਰਦ ਹੋਇਆ, ਜਹਾਜ਼ ਥੱਲੇ ਲਾ ਲਿਆ। ਬਾਅਦ ਦੇ ਵਿੱਚ ਜੋ ਕੁਛ ਉਹਦੇ ਨਾਲ ਹੋਇਆ ਉਹ ਸਾਂਝਾ ਕਰਾਂਗੇ। ਨੈਸ਼ਨਲ ਸੈਂਟਰ ਫਾਰ ਟਰੂਥ ਐਂਡ ਰੀਕਨਸਾਈਲੇਸ਼ਨ ਨੇ ਇੱਕ ਚਿੰਤਾ ਪ੍ਰਗਟ ਕੀਤੀ ਆ। ਯੂਰਪ ਦੇ ਵਿੱਚ ਇੱਕ ਖੋਜ ਹੋਈ ਆ ਕਿ ਅਹੁਦਾ ਅਮੀਰੀ ਦਾ ਸਮਾਰਟ ਹੋਣ ਨਾਲ ਜਾਂ ਅਕਲ ਨਾਲ ਕੋਈ ਸੰਬੰਧ ਨਹੀਂ ਹੁੰਦਾ। ਤੇ ਰਿਮੋਟ ਵਰਕਿੰਗ ਸੰਬੰਧੀ ਕੈਨੇਡਾ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਘਰਾਂ ਤੋਂ ਕੰਮ ਕਰਦੇ ਸੀ ਹੁਣ ਦਫ਼ਤਰਾਂ ਵਿੱਚ ਵਾਪਸ ਆ ਜਾਓ। ਤੇ ਉਹ ਹੁਣ ਇਸ ਫੈਸਲੇ ਤੋਂ ਲੋਕ ਖੁਸ਼ ਨਹੀਂ ਆ। ਤੇ ਡਾਕਟਰਾਂ ਨੇ ਇੱਕ ਅਪੀਲ ਕੀਤੀ ਹੈ ਵੀ ਜਿਹੜੀ ਭਾਰ ਘਟਾਉਣ ਵਾਲੀ ਦਵਾਈ ਹੈ, ਇੰਸ਼ੋਰੈਂਸ ਉਹਨੂੰ ਕਵਰ ਕਰੇ। ਇਹ ਮਾਮਲੇ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ। ਸਭ ਤੋਂ ਪਹਿਲੀ ਗੱਲਬਾਤ ਕੁਬੈਕ ਬਾਰੇ। ਅਮਰੀਕਾ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਉਹ ਇੱਕ ਬਹੁਤ ਵੱਡਾ ਮਸਲਾ ਆ। ਅਮਰੀਕਾ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਉਹਨਾਂ ਨੂੰ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਅਕਸਰ ਹੀ ਭੇਜ ਦਿੱਤਾ ਜਾਂਦਾ। ਮੰਨ ਲਓ ਟੈਕਸਸ ਦੇ ਵਿੱਚ ਜੇਕਰ ਇਹ ਆ ਕੇ ਉੱਥੇ ਆ ਗਏ ਆ, ਉੱਧਰੋਂ ਮੈਕਸੀਕੋ ਵਾਲੇ ਪਾਸਿਓਂ ਬਾਰਡਰ ਟੱਪ ਕੇ ਟੈਕਸਸ ਦੇ ਵਿੱਚ ਆ ਗਏ ਆ, ਤਾਂ ਟੈਕਸਸ ਦੇ ਗਵਰਨਰ ਨੇ ਕੀ ਕੀਤਾ, ਉਹਨਾਂ ਨੂੰ ਬੱਸਾਂ ਭਰ ਕੇ ਤੇ ਬਾਕੀ ਥਾਵਾਂ ਦੇ ਉੱਤੇ ਉਹਨਾਂ ਨੂੰ ਭੇਜ ਦਿੱਤਾ ਜਾਂਦਾ। ਪਿੱਛੇ ਜਿਹੇ ਖਬਰ ਇਹ ਵੀ ਆਈ ਸੀ ਕਿ ਵਾਸ਼ਿੰਗਟਨ ਦੇ ਵਿੱਚ ਜਿਹੜੇ ਸਾਡੇ ਕਮਾਲਾ ਹੈਰਿਸ ਨੇ, ਉਹਨਾਂ ਦੇ ਘਰ ਦੇ ਬਾਹਰ ਵੀ ਠੰਡ ਦੇ ਵਿੱਚ ਇਹਨਾਂ ਇਮੀਗ੍ਰੈਂਟਸ ਨੂੰ ਉਤਾਰ ਦਿੱਤਾ ਸੀ। ਨਿਊਯਾਰਕ ਦਾ ਤੇ ਇੱਧਰ ਆ ਕੈਨੇਡਾ ਦਾ ਬਾਰਡਰ ਆਪਣਾ ਅਮਰੀਕਾ ਦਾ ਉੱਤਰਲੇ ਪਾਸੇ ਜਿਹੜਾ ਲੱਗਦਾ ਆ, ਤੇ ਕੁਬੈਕ ਦਾ ਬਾਰਡਰ ਆ ਨਿਊਯਾਰਕ ਤੋਂ। ਕਈ ਲੋਕ ਨਿਊਯਾਰਕ ਤੋਂ ਕੁਬੈਕ ਆ ਰਹੇ ਆ ਹੁਣ, ਜਿਹੜੇ ਕਿ ਮਤਲਬ ਪੱਕੇ ਨਹੀਂ ਆ, ਕੱਚੇ ਆ, ਗਲਤ ਤਰੀਕੇ ਨਾਲ ਕਹਿ ਲਓ ਉੱਧਰ ਆ ਰਿਹਾ ਤੇ ਫਿਰ ਇੱਥੇ ਆ ਕੇ ਕੈਨੇਡਾ ਦੇ ਵਿੱਚ ਉਹ ਪਨਾਹ ਰਹਿ ਰਹੇ ਆ। ਪਿੱਛੇ ਜਿਹੀ ਖਬਰਾਂ ਇਹ ਵੀ ਆਈਆਂ ਸੀ ਕਿ ਨਿਊਯਾਰਕ ਤੋਂ ਉਹਨਾਂ ਨੂੰ ਬੱਸਾਂ ਦੀਆਂ ਟਿਕਟਾਂ ਲੈ ਕੇ ਤਾਂ ਬੱਸਾਂ ਦੇ ਵਿੱਚ ਬਿਠਾਇਆ ਜਾ ਰਿਹਾ। ਕੁਬੈਕ ਪ੍ਰੀਮੀਅਰ ਫ੍ਰਾਂਸਵਾ ਲੇਗਾਊ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਆ ਕਿ ਜਿਹੜੇ ਇਹ ਪਨਾਹ ਲੈਣ ਵਾਲੇ ਨੇ ਲੋਕ ਨੇ, ਜਿਹੜੇ ਇੱਥੇ ਅਸਾਈਲਮ ਲੈਣ ਵਾਲੇ ਨੇ, ਇਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਕਰੋ, ਇਹਨਾਂ ਨੂੰ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਭੇਜੋ, ਸਾਡੇ ਕੋਲ ਨਾ ਰੱਖੋ ਇਹਨਾਂ ਨੂੰ। ਪ੍ਰਧਾਨ ਮੰਤਰੀ ਨੂੰ ਇਹ ਚਿੱਠੀ ਲਿਖ ਕੇ ਉਹਨਾਂ ਨੇ ਬੇਨਤੀ ਕੀਤੀ ਆ। ਹੁਣ ਜਿਹੜੇ ਇਹ ਅਣਅਧਿਕਾਰਤ ਤੌਰ 'ਤੇ ਸਰਹੱਦੀ ਲਾਂਘਾ ਉੱਧਰ ਰੌਕਸਮ ਰੋਡ ਆ, ਬਹੁਤ ਮਸ਼ਹੂਰ ਰੋਡ ਆ, ਉਹਨੂੰ ਬੰਦ ਕਰਨ ਦੇ ਲਈ ਪ੍ਰੋਵਿੰਸ਼ੀਅਲ ਸਰਕਾਰ ਨੂੰ ਲਗਾਤਾਰ ਕਿਹਾ ਜਾ ਰਿਹਾ, ਉਹਦੇ ਉੱਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ। ਤੁਹਾਨੂੰ ਪਤਾ ਕਿ ਕੁਬੈਕ ਇਮੀਗ੍ਰੈਂਟਸ ਦੇ ਮਾਮਲੇ ਨੂੰ ਲੈ ਕੇ ਕੈਨੇਡਾ ਦੀਆਂ ਸਾਰੇ ਪ੍ਰੋਵਿੰਸਿਸ ਨਾਲੋਂ ਵੱਖਰਾ ਆ ਤੇ ਸਖਤ ਵੀ ਆ। ਇਹਨਾਂ ਦਾ ਜਿੰਨੀ ਕੁਬੈਕ ਦੀ ਪਾਪੂਲੇਸ਼ਨ ਆ ਉਹਦੇ ਹਿਸਾਬ ਨਾਲ ਜੇਕਰ ਕੈਨੇਡਾ ਦੇ ਵਿੱਚ 5 ਲੱਖ ਬੰਦਾ ਇੱਕ ਸਾਲ ਦੇ ਵਿੱਚ ਬਾਹਰੋਂ ਸੱਦਿਆ ਜਾਂਦਾ ਆ, ਤਾਂ ਉਹਦਾ ਵੀ ਇਹ ਓਨਾ ਪ੍ਰਪੋਰਸ਼ਨ ਨਹੀਂ ਆਪਣੇ ਕੋਲ ਰੱਖਦੇ। ਇਹਨਾਂ ਦਾ ਇਹ ਕਹਿਣਾ ਆ ਵੀ ਜੇ ਇਮੀਗ੍ਰੈਂਟਸ ਸਾਡੇ ਆਉਣਗੇ ਇੱਥੇ ਤਾਂ ਉਹਦੇ ਨਾਲ ਸਾਡੀ ਜਿਹੜੀ ਫ੍ਰੈਂਚ ਭਾਸ਼ਾ ਹੈ ਉਹਨੂੰ ਖਤਰਾ ਸਾਬਤ ਹੋ ਸਕਦਾ ਅਤੇ ਉਹ ਡਿਲਿਊਟ ਹੋ ਸਕਦੀ ਆ, ਉਹ ਭਾਸ਼ਾ ਡਿਲਿਊਟ ਹੋ ਸਕਦੀ। ਇਸ ਕਰਕੇ ਅਸੀਂ ਬਹੁਤੇ ਇਮੀਗ੍ਰੈਂਟਸ ਨਹੀਂ ਲੈਣੇ ਇੱਥੇ। ਅਤੇ ਹੁਣ ਜਿਹੜੇ ਇਹ ਅਣਅਧਿਕਾਰਤ ਤੌਰ 'ਤੇ ਉੱਤੇ ਇੱਧਰ ਨਿਊਯਾਰਕ ਵਾਲੇ ਪਾਸਿਓਂ ਇੱਧਰ ਆ ਰਹੇ ਆ, ਉਹਦੇ ਲਈ ਇਹ ਖਾਸ ਤੌਰ 'ਤੇ ਚਿੰਤਤ ਨੇ। ਰੌਕਸਮ ਰੋਡ ਨਿਊਯਾਰਕ ਸਟੇਟ ਦੇ ਵਿੱਚ ਪੈਂਦੇ ਚੈਂਪਲੇਨ ਕਸਬੇ ਤੋਂ ਕੈਨੇਡਾ ਤੇ USA ਬਾਰਡਰ ਤੱਕ ਆਉਂਦੀ ਇੱਕ ਰੂਰਲ ਜਿਹਾ ਰੋਡ ਆ, ਜਿਹੜਾ ਮਤਲਬ ਇੱਕ ਕਹਿ ਲਓ ਗੈਰ ਕਾਨੂੰਨੀ ਬਾਰਡਰ ਕ੍ਰੋਸਿੰਗ ਦਾ ਜ਼ਰੀਆ ਬਣਿਆ ਆ। ਇਸ ਰੋਡ ਦੇ ਰਾਹੀਂ ਨਿਊਯਾਰਕ ਸਟੇਟ ਤੇ ਕੈਨੇਡਾ ਦਾ ਕਿਊਬਿਕ ਸੂਬਾ ਆਪਸ ਦੇ ਵਿੱਚ ਜੁੜ ਜਾਂਦਾ। ਅਕਸਰ ਹੀ ਖਬਰਾਂ ਦੇ ਵਿੱਚ ਇਹ ਰੌਕਸਮ ਰੋਡ ਆਉਂਦਾ ਰਹਿੰਦਾ ਵੀ ਇਹਨੂੰ ਰੌਕਸਮ ਰੋਡ ਨੂੰ ਬੰਦ ਕੀਤਾ ਜਾਵੇ। ਹੁਣ ਇਸ ਪਾਸਿਓਂ ਕਿਉਂਕਿ ਲੋਕ ਆ ਰਹੇ ਆ, ਜਦੋਂ ਇੱਕ ਵਾਰੀ ਪਹੁੰਚ ਕੇ ਕੁਬੈਕ ਦੇ ਵਿੱਚ ਪਨਾਹ ਇਹਨਾਂ ਨੂੰ ਦੇਣੀ ਪੈਣੀ ਆ, ਤੇ ਇਹ ਕਹਿ ਰਹੇ ਕਿ ਇਹਦਾ ਕੋਈ ਪ੍ਰਬੰਧ ਕਰੋ, ਕਿਤੇ ਹੋਰ ਜਿਹੜਾ ਇਹਨਾਂ ਨੂੰ ਭੇਜਿਆ ਜਾਵੇ, ਕਿਸੇ ਹੋਰ ਲੋਕ ਜਿਹੜੇ ਆ ਉੱਥੇ ਉੱਧਰ ਹੋਣ। ਇਹ ਵੀ ਆ ਕਿ ਜਾਂ ਇਹਨਾਂ ਨੂੰ ਉਹ ਕਹਿੰਦੇ ਸਿੱਧਾ ਅੰਟੈਰੀਓ ਭੇਜ ਦਿਓ। ਇਹ ਵੀ ਗੱਲਬਾਤ ਪਿੱਛੇ ਚੱਲੀ ਸੀ ਕਿ ਜਿਹੜੇ ਰੌਕਸਮ ਰੋਡ ਦੇ ਰਾਹੀਂ ਕੁਬੈਕ ਦੇ ਵਿੱਚ ਆ ਜਾਂਦੇ ਤੇ ਜੇ ਉਹ ਜਾਣਾ ਅੰਟੈਰੀਓ ਦੇ ਵਿੱਚ ਚਾਹੁੰਦੇ ਆ ਤਾਂ ਉਹਨਾਂ ਨੂੰ ਫੈਡਰਲ ਸਰਕਾਰ ਸਿੱਧਾ ਅੰਟੈਰੀਓ ਦੇ ਵਿੱਚ ਭੇਜ ਦੇਊਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਸਾਊਥ ਕੁਬੈਕ ਆ ਉਹਦੇ ਵਿੱਚ ਜਿਹੜਾ ਇਹ ਲਾਂਘਾ ਪੈਂਦਾ ਆ, ਇਹਨੂੰ ਬੰਦ ਜੇ ਅਸੀਂ ਕਰ ਵੀ ਦਈਏ ਤਾਂ ਜਿਹੜੇ ਲੋਕ ਇੱਥੇ ਆ ਕੇ ਸਟੇ ਲੈਣਾ ਚਾਹੁੰਦੇ ਆ ਉਹਨਾਂ ਨੇ ਰੁਕਣਾ ਨਹੀਂ, ਉਹਨਾਂ ਦੀ ਗਿਣਤੀ ਰੁਕਣਾ ਨਹੀਂ। ਇੱਕ ਪੱਤਰ ਦੇ ਵਿੱਚ ਜਿਹੜਾ ਕੁਬੈਕ ਦੇ ਵਿੱਚ ਇਹ ਸਿਆ ਸੀ ਕਿ ਜਿਹੜੇ ਲੋਕ ਹੁਣ ਜ਼ਿਆਦਾ ਇੱਥੇ ਅਸਾਈਲਮ ਲੈਣਾ ਚਾਹੁੰਦੇ, ਪਨਾਹ ਲੈਣਾ ਚਾਹੁੰਦੇ ਆ, ਇਹਨਾਂ ਦੀ ਮੰਗ ਬਹੁਤ ਜ਼ਿਆਦਾ ਵੱਧ ਗਈ ਆ। ਕੁਬੈਕ ਦੇ ਵਿੱਚ ਜਿਹੜੇ ਲੋਕ ਸ਼ਰਨ ਲੈਣਾ ਚਾਹੁੰਦੇ ਆ ਉਹ ਮਤਲਬ ਉਹਦਾ ਅਸਰ ਪੈ ਰਿਹਾ ਹੁਣ ਸਾਰੀਆਂ ਥਾਵਾਂ 'ਤੇ, ਖਾਸ ਕਰ ਮੌਂਟਰੀਅਲ ਵੱਡਾ ਸ਼ਹਿਰ ਹੈ ਕੁਬੈਕ ਦਾ, ਅਤੇ ਉਹਦੇ ਉੱਤੇ ਵੱਡਾ ਅਸਰ ਪੈ ਰਿਹਾ, ਖਾਸ ਕਰਕੇ ਉੱਥੋਂ ਦੇ ਐਜੂਕੇਸ਼ਨ ਸਿਸਟਮ ਦੇ ਉੱਤੇ। ਇਹ ਲੈਟਰ ਬਹੁਤ ਮਤਲਬ ਇੱਕ ਜ਼ਬਰਦਸਤ ਤਰੀਕੇ ਦੇ ਨਾਲ ਲਿਖੀ ਗਈ ਆ
ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਿ ਜਿਹੜੇ ਕੁਬੈਕ ਦੇ ਵਿੱਚ ਪ੍ਰਵਾਸੀ ਆ ਰਹੇ ਆ, ਇਹਨਾਂ ਦੇ ਵਿੱਚ ਫ੍ਰੈਂਚ ਭਾਸ਼ਾ ਨਹੀਂ ਬੋਲਦੇ ਲੋਕ, ਤੇ ਹੁਣ ਫ੍ਰੈਂਚ ਭਾਸ਼ਾ ਦੇ ਮਾਮਲੇ ਦੇ ਉੱਤੇ ਇਹ ਬਹੁਤ ਸਖਤ ਨੇ ਕਿ ਅਸੀਂ ਭਾਸ਼ਾ ਦਾ ਨੁਕਸਾਨ ਨਹੀਂ ਹੋਣ ਦੇਣਾ ਆਪਣੀ ਦਾ। ਜਿਹੜਾ 2004 ਦੇ ਵਿੱਚ ਇਕਰਾਰਨਾਮਾ ਹੋਇਆ ਸੀ, ਜਿਹੜੇ ਸ਼ਰਨਾਰਥੀ US ਦੇ ਵਿੱਚ ਦਾਖਲ ਹੁੰਦੇ ਆ ਉਹਨਾਂ ਨੂੰ US ਦੇ ਵਿੱਚ ਰਿਫਿਊਜੀ ਸਟੇਟਸ ਕਲੇਮ ਕਰਨਾ ਜ਼ਰੂਰੀ ਆ, ਤਾਂ ਕਿ ਉਹ ਬਾਰਡਰ ਕ੍ਰੋਸ ਕਰਕੇ ਕੈਨੇਡਾ ਦੇ ਵਿੱਚ ਆ ਸਕਣ, ਤੇ ਉਹਨਾਂ ਨੂੰ ਫਿਰ ਜੇ ਉਹ ਇੱਧਰ ਆਉਂਦੇ ਆ ਬਾਰਡਰ ਕ੍ਰੋਸ ਕਰਕੇ ਤਾਂ ਉਹਨੂੰ ਵਾਪਸ US ਭੇਜਿਆ ਜਾ ਸਕਦਾ। ਪਰ ਜਿੱਥੇ ਜਿਹੜੇ ਲੋਕ ਇਲੀਗਲੀ ਬਾਰਡਰ ਕ੍ਰੋਸ ਕਰਕੇ ਇੱਧਰਲੇ ਪਾਸੇ ਆ ਜਾਂਦੇ ਤੇ ਇੱਥੇ ਰਿਫਿਊਜੀ ਕਲੇਮ ਉਹ ਫਾਈਲ ਕਰ ਸਕਦੇ ਆ। ਸੋ ਫੈਡਰਲ ਸਰਕਾਰ ਦੇ ਅਨੁਸਾਰ ਜਨਵਰੀ ਤੋਂ ਨਵੰਬਰ 2022 ਦੇ ਦੌਰਾਨ ਕੁਬੈਕ ਦੇ ਵਿੱਚ 45,250 ਲੋਕ ਇਹ ਪਹੁੰਚੇ ਆ ਤੇ ਜਿਨ੍ਹਾਂ ਨੇ ਇੱਥੇ ਮਤਲਬ ਉਹ ਰਿਫਿਊਜੀ ਸਟੇਟਸ ਲਿਆ ਆ। ਸੋ ਜਿਹੜਾ ਜਨਵਰੀ ਤੋਂ ਲੈ ਕੇ ਨਵੰਬਰ ਤੱਕ 45,250 ਤੇ 2021 ਦੇ ਵਿੱਚ ਸਿਰਫ 7200 ਸੀ। ਹੁਣ ਕਿੱਥੇ 7200 ਤੇ ਕਿੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ 45,250। ਗਿਣਤੀ ਬਹੁਤ ਵੱਡੀ ਆ, ਉਹ ਵੀ ਕੁਬੈਕ ਵਰਗੇ ਸੂਬੇ ਦੇ ਵਿੱਚ ਜਿਹੜਾ ਪਹਿਲਾਂ ਹੀ ਇਮੀਗ੍ਰੈਂਟਸ ਨੂੰ ਲੈ ਕੇ ਜਿਹੜਾ ਬਹੁਤ ਸਖਤ ਆ ਇਸ ਮਾਮਲੇ ਦੇ ਵਿੱਚ। ਸਾਰਿਆਂ ਦੀਆਂ ਸਮੱਸਿਆਵਾਂ ਅਲੱਗ-ਅਲੱਗ ਨੇ। ਇੱਕ ਪਾਸੇ ਕੁਬੈਕ ਇਹ ਕਹਿ ਰਿਹਾ ਕਿ ਸਾਡੇ ਕੋਲ ਜਿਹੜੇ ਆ ਰਹੇ ਇਹਨਾਂ ਨੂੰ ਉੱਧਰ ਭੇਜੋ ਕਿਉਂਕਿ ਸਾਡੀ ਭਾਸ਼ਾ ਖਰਾਬ ਹੁੰਦੀ ਆ। ਦੂਜੇ ਪਾਸੇ ਕੈਨੇਡਾ ਦੇ ਬਹੁਤੇ ਸੂਬਿਆਂ ਨੂੰ ਫਿਕਰ ਇਹ ਪਿਆ ਆ ਵੀ ਜਿਹੜੇ PR ਇੱਥੇ ਹੁੰਦੇ ਆ ਜਾਂ ਕੰਮੇ ਆਉਂਦੇ ਆ ਉਹ ਸਾਡੇ ਸੂਬੇ 'ਚ ਆਉਣ ਤੇ ਸਾਡੇ 'ਚ ਹੀ ਰਹਿਣ। ਅੱਜ ਸਸਕਾਚਵਨ ਦੇ ਵਿੱਚ ਵੱਡਾ ਮੁੱਦਾ ਬਣਿਆ ਹੈ, ਉੱਥੇ ਵਿਰੋਧੀ ਧਿਰ NDP ਹੈ। NDP ਨੇ ਇਹ ਕਿਹਾ ਵੀ ਸਰਕਾਰ ਕਰ ਹੀ ਕੁਛ ਨਹੀਂ ਰਹੀ, ਕਿ ਲੋਕਾਂ ਨੇ ਸਸਕਾਚਵਨ ਨੂੰ ਇੱਕ ਐਂਟਰੀ ਗੇਟ ਬਣਾਇਆ, ਇੱਥੇ ਆਉਂਦੇ ਆ ਕੇ ਕਿਉਂਕਿ ਉੱਥੇ ਪੱਕੇ ਹੋਣਾ ਸੌਖਾ। ਸਸਕਾਚਵਨ ਦੇ ਵਿੱਚ ਜਿੱਥੇ ਰਜਾਈਨਾ ਜਾਂ ਸਸਕਾਟੂਨ ਜਿਹੜੇ ਸ਼ਹਿਰ ਨੇ ਉੱਥੇ ਠੰਡ ਬਹੁਤ ਆ, ਮਾਈਨਸ ਦੇ ਵਿੱਚ ਟੈਂਪਰੇਚਰ ਹੁੰਦਾ, ਬਰਫ਼ ਆ, ਉੱਥੇ ਪੱਕੇ ਹੋਣਾ ਸੌਖਾ ਆ। ਸਰਕਾਰ ਚਾਹੁੰਦੀ ਆ ਲੋਕ ਉੱਧਰਲੇ ਪਾਸੇ ਜਾਣ, ਤੇ ਲੋਕ ਉੱਥੇ ਜਾਂਦੇ ਆ, ਪੱਕੇ ਹੁੰਦੇ ਆ ਤੇ ਪੱਕੇ ਹੋ ਕੇ ਬਾਕੀ ਜਿੱਥੇ ਜਿੱਥੇ ਕਿਸੇ ਨੇ ਨਿਕਲਣਾ ਹੁੰਦਾ ਉੱਥੇ ਨਿਕਲ ਜਾਂਦਾ। ਹੁਣ NDP ਇਹ ਕਹਿ ਰਹੀ ਹੈ ਸਸਕਾਚਵਨ ਦੇ ਵਿੱਚ ਵੀ ਕੁਛ ਨਾ ਕੁਛ ਕਰੋ, ਸਾਡੇ ਸੂਬੇ ਦੇ ਵਿੱਚ ਤਾਂ ਲੋਕ ਹੀ ਨਹੀਂ ਰਹਿ ਰਹੇ। ਜਦੋਂ ਕਿ ਜਿਹੜੀ ਉੱਥੇ ਦੇ ਮੰਤਰੀ ਨੇ ਉਹਨਾਂ ਨੇ ਇਹ ਕਿਹਾ ਆ ਵੀ ਨਹੀਂ, ਸਾਡੇ 64% ਲੋਕ ਇਹਨੂੰ ਆਪਣਾ ਘਰ ਬਣਾਉਂਦੇ ਆ ਤੇ ਮੁੜ ਕੇ ਹੌਲੀ ਹੌਲੀ ਲੋਕਾਂ ਹੋਰਾਂ ਨੂੰ ਵੀ ਇੱਥੇ ਸੱਦਦੇ ਆ। ਇੱਦਾਂ ਹੀ ਕੁਬੈਕ ਇਹ ਕਹਿੰਦਾ ਕਿ ਸਾਡੇ ਕੋਲ ਇਹ ਇਲੀਗਲ ਇਮੀਗ੍ਰੈਂਟਸ ਆ ਰਹੇ, ਇਹਨਾਂ ਨੂੰ ਹੋਰ ਕਿਤੇ ਪ੍ਰਬੰਧ ਕਰੋ। ਸਸਕਾਚਵਨ ਕਹਿੰਦਾ ਸਾਡੇ ਕੋਲ ਰਹਿਣ। ਅਲਬਰਟਾ ਨੇ ਕਈ $1 ਮਿਲੀਅਨ ਇਸ ਗੱਲ ਦੇ ਉੱਤੇ ਲਾ ਦਿੱਤਾ ਵੀ ਤੁਸੀਂ ਸਾਡੇ ਸੂਬੇ ਦੇ ਵਿੱਚ ਆ ਕੇ ਰਹੋ ਕਿਉਂਕਿ ਇੱਥੇ ਨੌਕਰੀਆਂ ਵੱਧ ਆ ਤੇ ਤੁਹਾਡੇ ਖਰਚੇ ਘੱਟ ਆ, ਬਿੱਲ ਘੱਟ ਆ ਤੇ ਕਿਰਾਏ ਘੱਟ ਆ ਜਾਂ ਘਰ ਸਸਤੇ ਆ। ਸਾਰੇ ਪ੍ਰੋਵਿੰਸਾਂ ਦੀ ਅਲੱਗ-ਅਲੱਗ ਸਮੱਸਿਆ ਆ। ਕੁਬੈਕ ਦੀ ਇੱਕ ਅਲੱਗ ਸਮੱਸਿਆ ਆ, ਜਿਹੜਾ ਲੀਗਲੀ ਵੀ ਪਹਿਲਾਂ ਚਾਹੁੰਦਾ ਜਾਂ ਘੱਟ ਰੱਖਦਾ ਤੇ ਹੁਣ ਜਿਹੜੇ ਗੈਰ ਕਾਨੂੰਨੀ ਤੌਰ 'ਤੇ ਉਹਨਾਂ ਕੋਲੇ ਇਹ ਪਨਾਹ ਲੈਣ ਆ ਜਾਂਦੇ ਉਹਨਾਂ ਨੂੰ ਤੇ ਉਹ ਪਹਿਲਾਂ ਹੀ ਬਰਦਾਸ਼ਤ ਨਹੀਂ ਕਰਦਾ, ਤੇ ਉਹ ਹੁਣ ਫੈਡਰਲ ਸਰਕਾਰ ਨੂੰ ਕਹਿ ਰਿਹਾ ਵੀ ਇਹਨਾਂ ਦਾ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ, ਇਹਨਾਂ ਨੂੰ ਕੁਬੈਕ ਦੇ ਵਿੱਚੋਂ ਬਾਹਰ ਕਿਤੇ ਨਾ ਕਿਤੇ ਰੱਖਿਆ ਜਾਵੇ। ਦੋਸਤੋ, ਕੱਲ੍ਹ ਸੋਮਵਾਰ ਜਿਹੜਾ ਲੌਂਗ ਵੀਕਐਂਡ ਸੀ, ਫੈਮਿਲੀ ਡੇ ਸੀਗਾ। ਜਿਹੜੇ ਕਈ ਪ੍ਰੋਵਿੰਸਿਸ ਨੇ ਕੈਨੇਡਾ ਦੇ ਵਿੱਚ, ਇਹਨਾਂ ਦੇ ਵਿੱਚ ਤੀਜਾ ਸੋਮਵਾਰ ਫਰਵਰੀ ਮਹੀਨੇ ਦਾ ਸਟੇਟ ਹੌਲੀਡੇ ਹੁੰਦੀ ਆ ਤੇ ਇਹਨੂੰ ਫੈਮਿਲੀ ਡੇ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਹੈ। ਤੇ ਪ੍ਰੋਵਿੰਸ ਦੇ ਵਿੱਚ ਹਾਲਾਂਕਿ ਸਾਰੇ ਪ੍ਰੋਵਿੰਸ ਦੇ ਆਪਣੇ ਆਪਣੇ ਨਾਂ ਆ, ਇਹਨੂੰ ਸੈਲੀਬ੍ਰੇਟ ਕਰਦੇ ਆ ਵੱਖ-ਵੱਖ ਥਾਵਾਂ ਦੇ ਰਾਹ। ਤੀਜਾ ਸੋਮਵਾਰ ਫਰਵਰੀ ਮਹੀਨੇ ਦਾ ਫੈਮਿਲੀ ਡੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਹੁੰਦਾ ਤੇ ਆਪਣੇ ਨਾਲ ਲੱਗਦੇ ਸੂਬੇ ਅਲਬਰਟਾ ਦੇ ਵਿੱਚ, ਫਿਰ ਨਿਊ ਬਰੰਸਵਿਕ ਦੇ ਵਿੱਚ, ਓਨਟਾਰੀਓ ਦੇ ਵਿੱਚ ਤੇ ਸਸਕਾਚਵਨ ਦੇ ਵਿੱਚ। ਇਸੇ ਤਰ੍ਹਾਂ ਹੀ ਜਿਹੜੇ ਇਹਨੂੰ ਹੈਰੀਟੇਜ ਡੇ ਦੇ ਨਾਲ ਕਈ ਥਾਵਾਂ ਦੇ ਉੱਤੇ ਨੋਵਾ ਸਕੋਸ਼ੀਆ ਦੇ ਵਿੱਚ ਮਨਾਇਆ ਜਾਂਦਾ ਆ, ਆਈਲੈਂਡਰ ਡੇ ਦੇ ਨਾਲ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਮਨਾਇਆ ਜਾਂਦਾ ਆ। ਇੱਥੇ ਜਿਹੜੇ ਇਹਨੂੰ ਆਮ ਤੌਰ ਦੇ ਉੱਤੇ ਲੋਕ ਬਾਹਰ ਜਾਂਦੇ ਆ, ਆਪਣੇ ਪਰਿਵਾਰ ਦੇ ਨਾਲ ਡਿਨਰ ਕਰਦੇ ਆ ਤੇ ਹੋਰ ਸਾਰਾ ਕੁਛ ਜਿਹੜਾ ਇਸ ਦਿਨ ਨੂੰ ਇਹਨੂੰ ਮਨਾਇਆ ਜਾਂਦਾ। ਕੁਬੈਕ ਦੇ ਵਿੱਚ ਤੇ ਜਿਹੜੀਆਂ ਦੂਜੀਆਂ 3 ਟੈਰੀਟਰੀਜ਼ ਆ ਉੱਥੇ ਇਹ ਰੈਗੂਲਰ ਵਰਕਿੰਗ ਡੇ ਹੁੰਦਾ। ਸੋ ਇਹ ਕੱਲ੍ਹ ਆਪਾਂ ਵੀ ਜਿਹੜੀ ਛੁੱਟੀ ਸੀਗੀ, ਇਸ ਤਰ੍ਹਾਂ ਇਹ ਦਿਨ ਇੱਥੇ ਮਨਾਇਆ ਗਿਆ। ਹੁਣ ਮਾਮਲਾ ਕੀ ਆ ਵੀ ਲੋਕ ਮਹਿੰਗਾਈ ਦੇ ਕਾਰਨ ਫੈਮਿਲੀ ਡੇ ਦੇ ਉੱਤੇ ਵੀ ਬਾਹਰ ਓਨਾ ਜ਼ਿਆਦਾ ਜਾ ਕੇ ਖਾ ਨਹੀਂ ਸਕੇ ਜਿੰਨਾ ਆਮ ਤੌਰ ਦੇ ਉੱਤੇ ਲੋਕ ਜਾਂਦੇ ਆ। ਭਾਵੇਂ ਮਹਿੰਗਾਈ ਥੋੜ੍ਹੀ ਜਿਹੀ ਘਟੀ ਆ ਕੈਨੇਡਾ ਦੇ ਵਿੱਚ, ਜਨਵਰੀ ਦੀ ਰਿਪੋਰਟ ਅੱਜ ਸਾਹਮਣੇ ਆਈ ਆ, ਪਰ ਦੱਸਦੇ ਆ ਕਿ ਕਈ ਇੱਦਾਂ ਦੀਆਂ ਉਦਾਹਰਨਾਂ ਸਾਹਮਣੇ ਆਈਆਂ ਕਿ ਜਿੱਥੇ ਰੈਸਟੋਰੈਂਟਸ ਨੂੰ ਬੱਚਿਆਂ ਦੇ ਲਈ ਖਾਣਾ ਫ੍ਰੀ ਕਰਨਾ ਪਿਆ ਕਿ ਭਾਈ ਆਪਣੇ ਨਿਆਣਿਆਂ ਨੂੰ ਲਿਆ ਕੇ ਇੱਥੇ ਖਾਣਾ ਫ੍ਰੀ ਖਿਲਾ ਲਓ, ਘੱਟੋ ਘੱਟ ਆਪਣਾ ਫੈਮਿਲੀ ਡੇ ਜ਼ਰੂਰ ਸੈਲੀਬ੍ਰੇਟ ਕਰੋ, ਬਾਹਰ ਜ਼ਰੂਰ ਆਓ। ਹੁਣ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਜਨਵਰੀ ਦੇ ਵਿੱਚ 5.9% ਦੇ ਉੱਤੇ ਆ ਗਈ ਹੈ। ਜਿਹੜੀ ਇਨਫਲੇਸ਼ਨ ਆ ਉਹ 5.9 ਦੇ ਉੱਤੇ ਆ ਗਈ ਆ, ਪਰ ਜਿਹੜੀਆਂ ਇਹ ਗਰੋਸਰੀ ਦੀਆਂ ਕੀਮਤਾਂ ਆ ਉਹ ਲਗਾਤਾਰ ਉੱਤੇ ਗਈਆਂ।
ਸਟੈਟਿਸਟਿਕਸ ਕੈਨੇਡਾ ਨੇ ਜਨਵਰੀ ਮਹੀਨੇ ਦੀ ਜਿਹੜੀ ਇਨਫਲੇਸ਼ਨ ਆ ਉਹਦੀ ਰਿਪੋਰਟ ਸਾਹਮਣੇ ਲੈ ਕੇ ਆਂਦੀ ਆ 5.9% ਦੱਸਿਆ ਜਾ ਰਿਹਾ ਔਰ ਜਿਹੜੀਆਂ ਫੂਡ ਆ ਉਹ ਲਗਾਤਾਰ ਉੱਤੇ ਜਾ ਰਿਹਾ। ਦਸੰਬਰ ਦੇ ਵਿੱਚ 6.3 ਸੀ, ਹੁਣ ਦਸੰਬਰ 'ਚ 6.3 ਸੀ, ਹੁਣ 5.9 ਹੋ ਗਈ ਹੈ। ਇਹਦਾ ਮਤਲਬ ਇਹ ਆ ਕਿ ਜਿਹੜੇ ਇਹਨਾਂ ਨੇ ਵਿਆਜ ਦਰਾਂ ਵਧਾਈਆਂ ਆ ਉਹਦਾ ਅਸਰ ਸਿੱਧਾ ਦਿਖ ਰਿਹਾ ਹੈ ਅਤੇ ਹੁਣ ਇਹਨੂੰ ਕਾਬੂ ਦੇ ਵਿੱਚ ਕੀਤਾ ਜਾ ਰਿਹਾ। ਜਦੋਂ ਜਨਵਰੀ ਦੇ ਵਿੱਚ ਹੋਇਆ ਸੀ ਵਾਧਾ ਤਾਂ ਵਿਆਜ 4.5% ਦੇ ਉੱਤੇ ਚਲੇ ਗਏ ਸੀ। ਇਕੋਨੋਮਿਸਟ ਦੱਸਦੇ ਆ ਕਿ ਇਕੋਨੋਮਿਸਟ ਜਿਹੜੀ ਗੱਲ ਆਸ ਕਰਦੇ ਸੀ, ਕਿਉਂਕਿ ਇਹਨਾਂ ਦਾ ਇੱਕ ਅੰਦਾਜ਼ਾ ਹੁੰਦਾ ਕਿ ਮਹਿੰਗਾਈ ਕਿੱਥੇ ਕੁ ਤੱਕ ਜਾਊਗੀ ਅਤੇ ਲੋਕ ਕਿੱਥੇ ਕੁ ਤੱਕ ਅਫੋਰਡ ਕਰ ਸਕਦੇ ਆ ਖਾਣਾ ਪੀਣਾ। 6.2% ਦੀ ਇਹ ਆਸ ਕਰਦੇ ਸੀ, ਪਰ ਜਿਹੜੀਆਂ ਗਰੋਸਰੀ ਦੀਆਂ ਕੀਮਤਾਂ ਉਹ ਨਹੀਂ ਘਟ ਰਹੀਆਂ। ਜਿਹੜਾ ਬੀਤੇ ਸਾਲ ਫਰਵਰੀ ਮਹੀਨੇ ਦੌਰਾਨ ਇਹ 5.7% ਸੀਗੀ। ਹੁਣ ਗਰੋਸਰੀ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ। ਇਹੀ ਕਾਰਨ ਆ ਕਿ ਰੈਸਟੋਰੈਂਟ ਵੀ ਮਹਿੰਗੇ ਆ, ਇਹੀ ਕਾਰਨ ਆ ਕਿ ਲੋਕ ਬਾਹਰ ਜਾ ਕੇ ਫੈਮਿਲੀ ਡੇ ਦੇ ਉੱਤੇ ਵੀ ਉਹਨਾਂ ਚੰਗੀ ਤਰ੍ਹਾਂ ਨਹੀਂ ਖਾ ਸਕੇ ਜਿੰਨਾ ਚੰਗੀ ਤਰ੍ਹਾਂ ਖਾਣਾ ਚਾਹੀਦਾ ਸੀ। ਜਿਹੜਾ ਸੈਲੂਲਰ ਸੇਵਾਵਾਂ ਜਾਂ ਦੂਜੀਆਂ ਚੀਜ਼ਾਂ ਸੀਗੀਆਂ ਉੱਥੇ ਕੁਝ ਫਰਕ ਪਿਆ ਆ, ਪਰ ਮਹਿੰਗਾਈ ਲਗਾਤਾਰ ਜਿਹੜੀ ਆ ਉਹ ਵੱਧ ਰਹੀ ਆ ਅਤੇ ਜਿਹੜਾ ਫੂਡ ਦੀਆਂ ਕੀਮਤਾਂ ਉਹ ਥੱਲੇ ਨਹੀਂ ਆ ਰਹੀਆਂ। ਹੁਣ ਮਹਿੰਗਾਈ ਘਟੀ ਆ, ਫੂਡ ਦੀਆਂ ਕੀਮਤਾਂ ਥੱਲੇ ਨਹੀਂ ਆ ਰਹੀਆਂ ਅਤੇ ਫੈਮਿਲੀ ਡੇ ਸੀਗਾ ਇਹਦੇ ਉੱਤੇ ਜਿਹੜੀ ਇੱਕ ਮੈਰੀਜ਼ ਔਨ ਡੇਵਿਸ ਆ ਰੈਸਟੋਰੈਂਟ, ਉੱਥੇ ਉਹਨਾਂ ਨੇ ਸੋਮਵਾਰ ਨੂੰ ਖਾਣਾ ਦੇ ਵਿੱਚ ਬਹੁਤ ਕੁਝ ਸਸਤਾ ਅਤੇ ਫ੍ਰੀ ਦਿੱਤਾ। ਜਿਹੜਾ ਵੈਸਟਰਨ ਰੈਸਟੋਰੈਂਟ ਆ ਇਹ, ਉਸ ਰੈਸਟੋਰੈਂਟ ਦੇ ਉੱਤੇ ਵੈਨਕੂਵਰ ਦੇ ਵਿੱਚ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਜਿਹੜੇ ਬੱਚਿਆਂ ਨੂੰ ਫ੍ਰੀ ਮੀਲ ਦਿੱਤਾ ਗਿਆ ਫੈਮਿਲੀ ਡੇ ਦੇ ਉੱਤੇ। ਉਹ ਕਹਿੰਦੇ ਅਸੀਂ ਇਸ ਕਰਕੇ ਦੇ ਰਹੇ ਹਾਂ ਕਿਉਂਕਿ ਅਸੀਂ ਵਾਪਸ ਇਹਨਾਂ ਦੇ ਕੋਲੋਂ ਹੀ ਲੈਣਾ। ਡਾਇਰੈਕਟਰ ਆਫ ਆਪਰੇਸ਼ਨਸ ਨੇ ਮੈਰੀਜ਼ ਔਨ ਡੇਵੀ ਦੇ, ਉਹਦੇ ਉੱਤੇ ਇਹਨਾਂ ਨੇ ਇਹ ਐਲਾਨ ਕੀਤਾ ਔਰ ਲੋਕ ਉੱਥੇ ਗਏ ਆ। ਹੌਲੀਡੇ ਦਾ ਮਤਲਬ ਇਹੀ ਆ, ਉਹ ਕਹਿੰਦੇ ਵੀ ਲੋਕ ਬਾਹਰ ਆਉਣ, ਆਪਣਿਆਂ ਦੇ ਨਾਲ ਜ਼ਿਆਦਾ ਸਮਾਂ ਬਿਤਾਉਣ, ਪਰ ਕਿਉਂਕਿ ਇੰਟਰਸਟ ਰੇਟ ਜ਼ਿਆਦਾ ਹੈ, ਮਹਿੰਗਾਈ ਜ਼ਿਆਦਾ ਹੈ, ਲੋਕ ਇਸ ਵੇਲੇ ਬਾਹਰ ਜਾ ਕੇ ਖਾਣਾ ਖਾਣਾ ਅਫੋਰਡ ਨਹੀਂ ਕਰ ਰਹੇ। ਇਸ ਕਰਕੇ ਮੈਰੀਜ਼ ਔਨ ਡੇਵੀ ਨੇ ਇਹ ਖਾਣਾ ਫੈਮਿਲੀ ਡੇ ਦੇ ਉੱਤੇ ਫ੍ਰੀ ਕੀਤਾ ਬੱਚਿਆਂ ਦੇ ਲਈ। ਬੱਚੇ ਉੱਥੇ ਕਿਉਂਕਿ ਲੋਕ ਸਟਰਗਲ ਕਰ ਰਹੇ ਆ ਇਸ ਵੇਲੇ, ਇਹ ਅੰਕੜੇ ਨੇ ਜਿਹੜੇ ਦੱਸ ਰਹੇ ਨੇ, ਇਹਦੇ ਵਿੱਚ ਕੋਈ ਮਤਲਬ ਉਸ ਕਿਸਮ ਦਾ ਨਹੀਂ ਹੈ। ਕਿਸੇ ਵੀ ਤੁਸੀਂ ਗੂਗਲ ਤੋਂ ਇਨਫਲੇਸ਼ਨ ਰੇਟ ਜਾਂ ਉਹਦਾ ਇਫੈਕਟ ਕੀ ਆ ਇਹਨੂੰ ਸਰਚ ਕਰ ਸਕਦੇ ਹੋ। ਔਰ ਪਰਿਵਾਰ ਜਿਹੜੇ ਆ ਬਹੁਤ ਜ਼ਿਆਦਾ ਤੰਗ ਆਏ ਪਏ ਆ ਇਸ ਗੱਲ ਤੋਂ। ਥੋੜ੍ਹਾ ਚਿਰ ਪਹਿਲਾਂ ਅਸੀਂ ਖਬਰਾਂ ਵੀ ਸਾਂਝੀਆਂ ਕੀਤੀਆਂ ਸੀ, ਲੋਕਾਂ ਨੇ ਆਪ ਕੈਮਰੇ ਦੇ ਉੱਤੇ ਆ ਕੇ ਕਿਹਾ ਸੀ ਕਿ ਸਾਨੂੰ ਗੋਭੀ ਖਾਧੀ ਨੂੰ ਮਹੀਨਾ ਹੋ ਗਿਆ ਕਿ ਮਨਪਸੰਦ ਦਾ ਖਾਣਾ ਨਹੀਂ ਲੋਕ ਖਾ ਰਹੇ। ਅਤੇ ਇਹ ਹਾਲਤ ਆ ਗਈ ਕਿ ਹੁਣ ਫੈਮਿਲੀ ਡੇ ਦੇ ਉੱਤੇ ਕੈਨੇਡਾ ਦੇ ਵਿੱਚ ਰੈਸਟੋਰੈਂਟ ਨੂੰ ਬੱਚਿਆਂ ਨੂੰ ਫ੍ਰੀ ਖਾਣਾ ਦੇਣਾ ਪੈ ਰਿਹਾ ਕਿ ਕੋਈ ਗੱਲ ਨਹੀਂ, ਤੁਸੀਂ ਆਓ ਇੱਥੇ ਆ ਕੇ ਖਾਣਾ ਖਾਓ, ਅਸੀਂ ਕੁਛ ਨਾ ਕੁਛ ਇਹਦਾ ਪ੍ਰਬੰਧ ਕਰ ਲਾਂਗੇ ਇਹਦੀ ਕੋਸਟ ਦਾ, ਅਤੇ ਪਰ ਤੁਹਾਨੂੰ ਸੈਲੀਬ੍ਰੇਟ ਜ਼ਰੂਰ ਕਰਨਾ ਚਾਹੀਦਾ। ਔਰ ਖਾਣਾ ਜਿਹੜਾ ਕਿ ਬੰਦੇ ਦੀ ਪ੍ਰਾਇਓਰਿਟੀ ਆ, ਇਹ ਮਤਲਬ ਜ਼ਰੂਰੀ ਹੈ ਬੰਦੇ ਦੇ ਲਈ। ਅਤੇ ਜੇ ਉਹਦੇ ਵਿੱਚ ਵੀ ਲੋਕ ਕੱਟ ਕਰਨ ਲੱਗ ਪਏ, ਕਿਉਂਕਿ ਬੱਚਿਆਂ ਦਾ ਖਾਣਾ ਜਾਂ ਬੱਚਿਆਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਅਕਸਰ ਮਹਿੰਗੀਆਂ ਨੇ, ਅਤੇ ਉਹਦੇ ਵਿੱਚ ਵੀ ਲੋਕਾਂ ਨੇ ਜਦੋਂ ਕੱਟ ਕਰਨਾ ਸ਼ੁਰੂ ਕਰ ਦਿੱਤਾ ਕਿ ਥੋੜ੍ਹੇ ਬਹੁਤੇ ਪੈਸੇ ਆ ਜਾਣ ਜਾਂ ਪ੍ਰਾਈਸ ਮੈਚ ਕਰਨਾ ਸ਼ੁਰੂ ਕਰ ਦਿੱਤਾ, ਤਾਂ ਫਿਰ ਇਹ ਸੰਕਟ ਜਿਹੜਾ ਹੁੰਦਾ ਹੀ ਆ। ਲੋਕ ਮੈਨੇਜ ਕਰ ਰਹੇ ਆ ਇਸ ਵੇਲੇ ਕਿ ਮਤਲਬ ਲੋਕਾਂ ਨੂੰ ਦੇਖਣਾ ਪੈ ਰਿਹਾ ਕਿ ਤੁਹਾਡਾ ਟਾਈਮ ਬਜਟ ਕੀ ਹੈ ਅਤੇ ਤੁਹਾਡਾ ਮੋਨੀਟਰੀ ਬਜਟ ਕੀ ਹੈ ਅਤੇ ਤੁਹਾਡੇ ਲਈ ਇੰਪੋਰਟੈਂਟ ਕੀ ਹੈ, ਉਸ ਹਿਸਾਬ ਦੇ ਨਾਲ ਲੋਕ ਸੋਚ ਰਹੇ ਆ। ਅਤੇ ਇਹ ਮਹਿੰਗਾਈ ਦੀ ਇੱਕ ਨਮੂਨਾ ਕਿ ਇੱਕ ਰੈਸਟੋਰੈਂਟ ਲੋਕਾਂ ਨੂੰ ਫ੍ਰੀ ਖਾਣਾ ਦੇ ਰਿਹਾ ਫੈਮਿਲੀ ਡੇ ਦੇ ਉੱਤੇ ਕਿ ਕੋਈ ਗੱਲ ਨਹੀਂ, ਇਸ ਵੇਲੇ ਮਹਿੰਗਾਈ ਹੈ, ਕੈਨੇਡਾ 'ਚ ਤੰਗੀ ਹੈ, ਤੁਸੀਂ ਬਾਹਰ ਆਓ ਅਤੇ ਘਰਦਿਆਂ ਦੇ ਨਾਲ ਖਾਣਾ ਜ਼ਰੂਰ ਖਾਓ। ਅਗਲੀ ਖਬਰ ਦੋਸਤੋ ਇਸ ਵੇਲੇ ਇੱਕ ਹੋਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਪੈਂਡੈਮਿਕ ਦੇ ਦੌਰਾਨ ਜਿਹੜਾ ਇਹ ਟਰੱਕ ਕੌਨਵੋਏ ਸੀਗਾ ਇਹ ਹੋਇਆ ਸੀ, ਇਹਦਾ ਕਾਰਨ ਕੀ ਸੀਗਾ। ਜਸਟਿਸ ਪੌਲ ਰੇਲਿਊ ਨੇ ਇੱਕ ਜਿਹੜੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਇੱਕ ਇਹ ਕਿਹਾ ਉਹਨਾਂ ਨੇ ਕਿ ਜਿਹੜੀ ਸਿਚੁਏਸ਼ਨ ਬੈਡ ਸੀ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇਹਨੂੰ ਵਰਸਟ ਕਰ ਦਿੱਤਾ ਮਿਸਲੀਡਿੰਗ ਅਨਾਊਂਸਮੈਂਟਸ ਦੇ ਨਾਲ, ਜਿਹੜੀ ਅਨਾਊਂਸਮੈਂਟ ਟਰੱਕਾਂ ਵਾਲਿਆਂ ਦੇ ਲਈ ਵੈਕਸੀਨ ਦੇ ਸੰਬੰਧ ਵਿੱਚ ਕੀਤੀ ਗਈ ਸੀ। ਤੁਹਾਨੂੰ ਪਤਾ ਜਦੋਂ ਟਰੱਕਾਂ ਨੂੰ ਇੱਕ ਅਨਾਊਂਸਮੈਂਟ ਆਈ ਸੀ ਕਿ ਤੁਸੀਂ ਜਿਹੜੇ ਅਨਵੈਕਸੀਨੇਟਡ ਨੇ ਇਹ ਬਾਰਡਰ ਕ੍ਰੋਸ ਨਹੀਂ ਕਰ ਸਕਦੇ, ਅਤੇ ਉਹ ਬਾਰਡਰ ਕ੍ਰੋਸ ਨਹੀਂ ਕਰ ਸਕਦੇ ਅਤੇ ਵੈਕਸੀਨੇਸ਼ਨ ਜ਼ਰੂਰੀ ਹੋ ਗਈ। ਉਹਦੇ ਬਹੁਤ ਸਾਰੇ ਜਿਹੜੇ ਟਰੱਕਰ ਸੀਗੇ ਨਾਰਾਜ਼ ਹੋ ਗਏ ਸੀ ਇਹਦੇ ਨਾਲ। ਫਿਰ ਉਸ ਤੋਂ ਬਾਅਦ ਇੱਕ ਪੂਰੇ ਦਾ ਪੂਰਾ ਉਹਨਾਂ ਦਾ ਸ਼ੁਰੂਆਤ ਹੁੰਦੀ ਆ ਕਿ ਉਹ ਉੱਥੇ ਜਾਂਦੇ ਆ ਓਟਵਾ ਦੇ ਵਿੱਚ, ਉੱਥੇ ਜਾ ਕੇ ਉਹ ਪ੍ਰਦਰਸ਼ਨ ਕਰਦੇ ਆ, ਉੱਥੇ ਐਮਰਜੈਂਸੀ ਐਕਟ ਲਾਇਆ ਜਾਂਦਾ ਅਤੇ ਉਹਦੀ ਸਾਰੀ ਪੁੱਛ ਪੜਤਾਲ ਜਿਹੜੀ ਹਜੇ ਤੱਕ ਚੱਲ ਰਹੀ ਆ। ਹੁਣ ਇਹਦਾ ਦੂਜਾ ਪਾਸਾ ਵੀ ਸਾਹਮਣੇ ਆ ਰਿਹਾ
कि ਇਹਦੇ ਲਈ ਜ਼ਿੰਮੇਵਾਰ ਕੌਣ ਸੀ। ਇੱਕ ਫੈਕਟਰ ਜਿਹੜਾ ਇਹ ਵੀ ਦੱਸਿਆ ਗਿਆ ਆ ਕਿ ਜਿਹੜੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਇੱਕ ਗਲਤੀ ਕੀਤੀ ਕਿ ਮਤਲਬ ਜਿਹੜੀ 2000 ਪੇਜ ਦੀ ਇੱਕ ਰਿਪੋਰਟ ਆਈ ਆ ਉਹਨਾਂ ਨੇ ਆਹ ਸ਼ੁੱਕਰਵਾਰ ਨੂੰ ਰਿਲੀਜ਼ ਕੀਤੀ ਆ। ਉਹਦੇ ਵਿੱਚ ਦੱਸਿਆ ਕਿ ਫੈਡਰਲ ਗੌਰਮੈਂਟ ਜਿਹੜੀ ਆ ਇਹਨੂੰ ਜਿਹੜਾ ਜਸਟੀਫਾਈ ਕੀਤਾ ਜਾ ਰਿਹਾ ਇਹ ਸਾਰੇ ਕੁਛ ਦੇ ਵਿੱਚ ਕਿ ਫਰੀडम ਕਨਵੋਏ ਪ੍ਰੋਟੈਸਟ ਜਿਹੜੇ ਆਟਵਾ ਦੇ ਵਿੱਚ ਹੋਏ ਸੀਗੇ ਉਹਨਾਂ ਦੇ ਵਿੱਚ ਪਹਿਲਾਂ ਅਨਾਊਂਸਮੈਂਟ ਕਰਕੇ ਸਰਕਾਰ ਮੁੜ ਕੇ ਉਹਨੂੰ ਦੁਬਾਰਾ ਸਹੀ ਕਰਦੀ ਆ, ਜਿਹਦੇ ਕਰਕੇ ਟਰੱਕਰ ਜਿਹੜੇ ਆ ਉਹ ਜ਼ਿਆਦਾ ਨਾਰਾਜ਼ ਹੋ ਗਏ ਜਾਂ ਉਹ ਵੀ ਇੱਕ ਕਾਰਨ ਬਣਿਆ ਕਿ ਇਹਨਾਂ ਟਰੱਕਰਸ ਨੂੰ ਇਕੱਠੇ ਹੋ ਕੇ ਉੱਥੇ ਜਾਣਾ ਪਿਆ। ਉਹਨਾਂ ਨੇ ਇਹ ਵੀ ਦੱਸਿਆ ਆ ਕਿ ਜਿਹੜੇ ਕੁਛ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡੈਮੋਸਟ੍ਰੇਟਰ ਉੱਥੇ ਪਾਰਲੀਮੈਂਟ ਹਿੱਲ ਦੇ ਉੱਤੇ ਗਏ ਆ ਅਤੇ ਉਹਨਾਂ ਨੇ ਬਾਰਡਰ ਕ੍ਰਾਸ ਕੀਤਾ ਹੈ ਯੂਨਾਈਟਿਡ ਸਟੇਟਸ ਵਾਲਾ ਉੱਧਰ ਨੂੰ ਜਾਂਦਿਆਂ ਨੂੰ। ਫਾਈਂਡਿੰਗਸ ਦੇ ਵਿੱਚ ਪਤਾ ਲੱਗਿਆ ਕਿ ਕਈ ਘੰਟਿਆਂ ਦੀ ਜਿਹੜੀ ਇਹ ਟੈਸਟਮਨੀ ਆ ਅਤੇ ਕਈ ਹਜ਼ਾਰਾਂ ਡਾਕੂਮੈਂਟ ਸਬਮਿਟ ਕੀਤੇ ਗਏ ਇਹਦੇ ਐਵੀਡੈਂਸ ਦੇ ਵਿੱਚੋਂ। ਪਬਲਿਕ ਆਰਡਰ ਐਮਰਜੈਂਸੀ ਕਮਿਸ਼ਨ ਦੇ ਜਿਹੜੀ ਲਾਸਟ ਫਾਲ ਦੇ ਵਿੱਚ ਹੀਅਰਿੰਗ ਹੋਈ ਆ, ਫਾਈਨਲ ਰਿਪੋਰਟ ਇਹ ਕਹਿ ਰਹੀ ਹੈ ਕਿ ਇਨਕੁਆਇਰੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਇਹਨਾਂ ਦੀ ਸਰਕਾਰ ਦੇ ਰਿਸਪੌਂਸ ਦੇ ਉੱਤੇ ਫੋਕਸ ਨਹੀਂ ਕੀਤਾ ਗਿਆ, ਪਰ ਕੈਨੇਡੀਅਨਸ ਜਿਹੜੇ ਆ ਕੁਛ ਥਾਵਾਂ ਦੇ ਉੱਤੇ ਕਨਫਿਊਜ਼ ਮਹਿਸੂਸ ਹੋਏ ਆ ਕਿ ਜਿਹਦੇ ਨਾਲ ਬਾਰਡਰ ਜਿਹੜੀ ਏਜੰਸੀ ਹੈ ਜਨਵਰੀ ਦੇ ਵਿੱਚ ਉਹਨਾਂ ਨੇ ਇੱਕ ਸਟੇਟਮੈਂਟ ਰਿਲੀਜ਼ ਕਰ ਦਿੱਤੀ, ਜਿਹਦੇ ਵਿੱਚ ਇਹ ਕਿਹਾ ਕਿ ਅਨਵੈਕਸੀਨੇਟਡ ਕੈਨੇਡੀਅਨ ਟਰੱਕਰਸ ਨੂੰ ਕੁਆਰੰਟਾਈਨ ਕਰਨ ਦੀ ਲੋੜ ਨਹੀਂ ਆ ਜਦੋਂ ਬਾਰਡਰ ਕ੍ਰਾਸ ਕਰਦੇ ਆ। ਅਤੇ ਜਦੋਂ ਉਹਨਾਂ ਨੇ ਇਸ਼ੂ ਕੀਤਾ ਅਤੇ ਅਗਲੇ ਦਿਨ ਹੀ ਫਿਰ ਇਹਨੂੰ ਕਰੈਕਟ ਕਰਕੇ ਇਹਨੂੰ ਹੋਰ ਤਰ੍ਹਾਂ ਸਟੇਟਮੈਂਟ ਨੂੰ ਇਹਨਾਂ ਨੇ ਦੇ ਦਿੱਤਾ। ਮਤਲਬ ਦੋਵਾਂ ਦੇ ਵਿੱਚ ਬੈਕ ਐਂਡ ਫੋਰਥ ਜੋ ਕੁਛ ਹੋਇਆ, ਸਰਕਾਰ ਦੇ ਜਿਹੜੇ ਮੈਸੇਜਸ ਸੀਗੇ ਕਿ ਅਨਡਾਕੂਮੈਂਟਡ ਜਿਹੜੇ ਅਨਵੈਕਸੀਨੇਟਡ ਮਾਫੀ ਚਾਹੁੰਦੇ ਆ ਕਮਰਸ਼ੀਅਲ ਟਰੱਕਰਸ ਨੇ ਉਹਨਾਂ ਨੂੰ ਟਰੀਟ ਕਿੱਦਾਂ ਕੀਤਾ ਜਾਣਾ, ਉਹ ਵੀ ਇੱਕ ਮਤਲਬ ਨੈਗੇਟਿਵ ਚੀਜ਼ ਹੋਈ ਆ ਜਿਹਨੇ ਉਹਨਾਂ ਨੂੰ ਇਸ ਗੱਲ ਦੇ ਲਈ ਮਜਬੂਰ ਕੀਤਾ ਜਾਂ ਇਸ ਗੱਲ ਦੇ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਉੱਥੇ ਜਾ ਕੇ ਜਿਹੜਾ ਆਪਣਾ ਪ੍ਰਦਰਸ਼ਨ ਕਰੋ। ਅਤੇ ਕਮਰਸ਼ੀਅਲ ਟਰੱਕ ਡਰਾਈਵਰ ਉਹਨਾਂ ਨੂੰ ਇੱਕ ਬੜਾ ਵੱਡਾ ਸਿੰਬਲ ਆ ਇਹ, ਅਤੇ ਉਹ ਕੌਨਵਾਏ ਉੱਥੇ ਪਹੁੰਚਿਆ ਅਤੇ ਉਹਨਾਂ ਨੇ ਜਿਹੜੀਆਂ ਮਤਲਬ ਕੋਵਿਡ-19 ਦੇ ਨਾਲ ਜਿਹੜੇ ਇਹ ਸੀਗੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀਆਂ ਤੁਸੀਂ ਬੰਦਿਸ਼ਾਂ ਸਾਡੇ ਉੱਤੇ ਲਾ ਰਹੇ ਆ। ਸੋਸ਼ਲ ਮੀਡੀਆ ਦਾ ਵੀ ਰੋਲ ਇਹਦੇ ਵਿੱਚ ਦੱਸਿਆ ਗਿਆ ਕਿ ਇਹਨੇ ਵੀ ਐਕਸਲਰੇਟ ਕੀਤਾ ਜਿਹੜੀ ਮਿਸ ਇਨਫੋਰਮੇਸ਼ਨ ਸੀਗੀ ਜਾਂ ਡਿਸਇਨਫੋਰਮੇਸ਼ਨ ਸੀਗੀ ਇਹ ਸਾਰੇ ਕੁਛ ਦੇ ਵਿੱਚ, ਅਤੇ ਇਹਨੇ ਲੋਕਾਂ ਨੂੰ ਗਲਤ ਤਰੀਕੇ ਨਾਲ ਲੋਕਾਂ ਤੱਕ ਇਹ ਜਿਹੜੀ ਸੂਚਨਾ ਪਹੁੰਚੀ ਆ। ਪਰ ਸਰਕਾਰ ਦਾ ਕਲੀਅਰ ਨਾ ਹੋਣਾ ਜਾਂ ਇੱਕ ਵਾਰੀ ਕਹਿ ਕੇ ਮੁੜ ਕੇ ਫਿਰ ਅਗਲੇ ਦਿਨ ਉਹਦੇ ਵਿੱਚ ਤਬਦੀਲੀ ਕਰ ਲੈਣੀ, ਇਹ ਵੀ ਇੱਕ ਵੱਡਾ ਕਾਰਨ ਇਸ ਟਰੱਕ ਕੌਨਵਾਏ ਦਾ ਕਿਤੇ ਨਾ ਕਿਤੇ ਬਣਿਆ ਦੱਸਿਆ ਜਾ ਰਿਹਾ। ਅਗਲੀ ਗੱਲਬਾਤ ਚੀਨ ਤੋਂ ਆ। ਚੀਨ ਦੇ ਵਿੱਚ ਇੱਕ ਟੀਨੇਜਰ ਨੂੰ 19 ਸਾਲਾਂ ਦੇ ਨੌਜਵਾਨ ਨੂੰ ਡਾਇਗਨੋਜ਼ ਕੀਤਾ ਗਿਆ ਅਲਜ਼ਾਈਮਰ ਬਿਮਾਰੀ। ਇੱਕ ਸਟੱਡੀ ਪਬਲਿਸ਼ ਕੀਤੀ ਆ ਜਿਹੜੀ 31 ਦਸੰਬਰ ਨੂੰ ਜਿਹੜੇ ਡਾਕਟਰ ਨੇ ਉਹਨੂੰ ਡਾਇਗਨੋਜ਼ ਕੀਤਾ ਉਹਨੇ ਇਹ ਜਾਣਕਾਰੀ ਦਿੱਤੀ ਹੈ। ਅਲਜ਼ਾਈਮਰ ਬਿਮਾਰੀ ਕੋਈ ਨਵੀਂ ਬਿਮਾਰੀ ਨਹੀਂ ਹੈ, ਪਰ ਇਹਦੀ ਖਾਸ ਗੱਲ ਇਹ ਆ ਬਜ਼ੁਰਗਾਂ ਨੂੰ ਹੁੰਦੀ ਆ, ਵੱਡੀ ਉਮਰ ਦੇ ਲੋਕਾਂ ਨੂੰ ਹੁੰਦੀ ਆ ਅਤੇ ਭੁੱਲਣ ਲੱਗ ਜਾਂਦੀਆਂ ਉਹਨਾਂ ਨੂੰ ਨੇੜੇ ਦੀਆਂ ਚੀਜ਼ਾਂ, ਜਿਹੜੀ ਸ਼ਾਰਟ ਟਰਮ ਮੈਮਰੀ ਆ ਜਾਂ ਕਈ ਵਾਰੀ ਪੁਰਾਣੀਆਂ ਚੀਜ਼ਾਂ ਯਾਦ ਰਹਿੰਦੀਆਂ, ਜਿਹੜੀਆਂ ਕੁਛ ਦਿਨਾਂ ਦੀਆਂ ਜਾਂ ਕੁਛ ਗੱਲਾਂ ਹੁੰਦੀਆਂ ਉਹ ਭੁੱਲਣ ਲੱਗ ਜਾਂਦੀਆਂ। ਇੱਕ ਡੀਜਨਰੇਟਿਵ ਬਿਮਾਰੀ ਆ ਜਿਹੜੀ ਸਾਡੀ ਥਿੰਕਿੰਗ ਨੂੰ, ਮੈਮਰੀ ਨੂੰ, ਬਿਹੇਵੀਅਰ ਨੂੰ ਇਹਦੇ ਉੱਤੇ ਅਸਰ ਪਾਉਂਦੀ ਆ। ਮੈਜੋਰਟੀ ਜਿਹੜੇ ਅਲਜ਼ਾਈਮਰ ਦੇ ਪੇਸ਼ੈਂਟ ਨੇ ਉਹ 65 ਸਾਲ ਤੋਂ ਉੱਤੇ ਹੁੰਦੇ ਆ, ਕੁਛ ਜਿਹੜੇ ਕੇਸ ਐਕਸੈਪਸ਼ਨਲ ਹੋ ਸਕਦੇ ਆ। ਜਿਹੜਾ ਜਰਨਲ ਆਫ ਅਲਜ਼ਾਈਮਰ ਡਿਜ਼ੀਜ਼ ਆ ਉਹਦੇ ਵਿੱਚ ਹੁਣ ਇਹ ਜਿਹੜੀ ਗੱਲਬਾਤ ਛਪੀ ਆ, ਉਹ ਬੰਦੇ ਦਾ ਨਾਂ ਨਹੀਂ ਦੱਸਿਆ ਉਹਨਾਂ ਨੇ, 19 ਸਾਲਾਂ ਦੇ ਵਿੱਚ ਉਹਨੂੰ ਮੈਮਰੀ ਲਾਸ ਦੇ ਸਾਈਨ ਆਉਣੇ ਸ਼ੁਰੂ ਹੋ ਗਏ ਸੀ। 19 ਸਾਲਾਂ ਦੇ ਵਿੱਚ ਮੈਮਰੀ ਲਾਸ ਹੋਣੀ ਸ਼ੁਰੂ ਹੋ ਗਈ। ਅਲਜ਼ਾਈਮਰ ਬਿਮਾਰੀ ਇਸ ਨੌਜਵਾਨ ਨੂੰ ਦੱਸਦੇ ਆ ਕਿ ਲੱਗ ਗਈ ਹੈ। ਜਿਹੜੀ ਇਨੋਵੇਸ਼ਨ ਸੈਂਟਰ ਫॉर ਨਿਊਰੋਲੋਜੀਕਲ ਡਿਸਆਰਡਰ ਐਂਡ ਡਿਪਾਰਟਮੈਂਟ ਆਫ ਨਿਊਰੋਲੋਜੀ ਆ ਬੀਜਿੰਗ ਦੇ ਜ਼ੁਆਨਵੂ ਹਸਪੀਟਲ ਦੇ ਵਿੱਚ, ਉੱਥੇ ਦੀ ਇਹ ਗੱਲਬਾਤ ਦੱਸੀ ਜਾ ਰਹੀ ਹੈ। ਚੀਨ ਦੇ ਵਾਲੇ ਪਾਸਿਓਂ ਖਬਰ ਆ ਰਹੀ, ਲੋਕ ਵੈਸੇ ਹੀ ਡਰ ਜਾਂਦੇ ਕਿਉਂਕਿ ਕਰੋਨਾ ਵੀ ਚੀਨ ਵਾਲੇ ਪਾਸਿਓਂ ਆਇਆ ਸੀ, ਅਤੇ ਹੁਣ ਉਹ ਬਿਮਾਰੀ ਜਿਹੜੀ ਕਦੇ ਹੋਈ ਨਹੀਂ, ਪਹਿਲੀ ਵਾਰ ਇਹ ਹੁਣ ਤੱਕ ਇਹ ਵਾਪਰੀ ਹੈ ਜਦੋਂ ਦੀ ਅਲਜ਼ਾਈਮਰ ਬਿਮਾਰੀ ਆਈ ਆ ਕਿ ਕਿਸੇ 19 ਸਾਲਾਂ ਦੇ ਨੂੰ ਹੋਈ ਹੋਵੇ। ਸਭ ਤੋਂ ਯੰਗ ਉਮਰ ਦੇ ਵਿੱਚ ਇਹ ਬਿਮਾਰੀ ਜਿਹੜੀ ਉੱਥੇ ਆਈ ਆ। ਹਾਈ ਸਕੂਲ ਸਟੱਡੀਜ਼ ਦੇ ਵਿੱਚ ਕਹਿੰਦੇ ਉਹਨੂੰ ਪਤਾ ਲੱਗਿਆ ਕਿ ਸ਼ਾਰਟ ਟਰਮ ਮੈਮਰੀ ਜਿਹੜੀ ਆ ਉਹਦੀ ਜਾਣ ਲੱਗ ਪਈ, ਮਤਲਬ 1 ਸਾਲ ਪਹਿਲਾਂ ਦੀਆਂ ਗੱਲਾਂ ਬਾਤਾਂ ਉਹਨੂੰ ਭੁੱਲਣ ਲੱਗ ਪਈਆਂ। ਉਹਨੂੰ ਜਿਹੜੇ ਕੁਛ ਦਿਨ ਪਹਿਲਾਂ ਦੇ ਈਵੈਂਟਸ ਹੋਏ ਸੀਗੇ ਜਾਂ ਜਿਹਨਾਂ ਲੋਕਾਂ ਨੂੰ ਉਹ ਮਿਲਿਆ ਸੀ ਜਾਂ ਮਿਲੀ ਸੀ, ਉਹ ਗੱਲਾਂ ਬਾਤਾਂ ਵੀ ਉਹਨੂੰ ਭੁੱਲਣ ਲੱਗ ਪਈਆਂ। ਪੜ੍ਹਨ ਦੇ ਵਿੱਚ ਵੀ ਦਿੱਕਤ ਆ ਰਹੀ ਸੀ, ਫਿਰ ਉਹਨੂੰ ਯਾਦ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਸੀ,
ਤੇ ਹੌਲੀ ਹੌਲੀ ਜਿਹੜੀ ਇਹ ਸਥਿਤੀ ਹੈ ਕਹਿੰਦੇ ਜ਼ਿਆਦਾ ਥੱਲੇ ਨੂੰ ਜਾਂਦੀ ਗਈ ਤੇ ਉਹਨੂੰ ਯਾਦ ਨਾ ਰੱਖ ਸਕਣਾ। ਨਤੀਜਾ ਇਹ ਹੋਇਆ ਕਿ ਸਥਿਤੀ ਜ਼ਿਆਦਾ ਖਰਾਬ ਹੋ ਗਈ, ਉਹਨੂੰ ਹਾਈ ਸਕੂਲ ਤੋਂ ਵਿਦਡਰਾ ਕਰਨਾ ਪਿਆ ਤੇ ਸਿੰਪਟਮ ਜਿਹੜੇ ਆ ਬਹੁਤ ਜ਼ਿਆਦਾ ਉੱਥੇ ਚਲੇ ਗਏ। ਹੁਣ ਜਦੋਂ ਉਹਨੂੰ ਇਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ ਤੇ ਡਾਕਟਰ ਨੇ ਉਹਨਾਂ ਦੇ ਵਿੱਚ ਕਿਹਾ ਸੀ ਕਿ ਜਿਹੜਾ ਮੈਡੀਕਲ ਜਾਂ ਫੈਮਿਲੀ ਹਿਸਟਰੀ ਉਹਦੇ ਵਿੱਚ ਕੋਈ ਨਹੀਂ ਹੈ, ਉਹਦੀ ਕੋਈ ਵੀ ਇਸ ਤਰ੍ਹਾਂ ਦੇ ਟੈਸਟ ਜਾਂ ਉਹਨੂੰ ਸਰਚ ਸਾਰੀਆਂ ਕੀਤੀਆਂ ਗਈਆਂ ਕਿ ਜਿਹੜੀ ਚਾਈਲਡਹੁੱਡ ਡਿਵੈਲਪਮੈਂਟ ਆ ਉਹ ਨਾਰਮਲ ਸੀਗੀ, ਨਾ ਉਹਦੇ ਪੇਰੈਂਟ ਗ੍ਰੈਂਡ ਪੇਰੈਂਟ ਨਾ ਨੇੜੇ ਦੇ ਕਿਸੇ ਰਿਸ਼ਤੇਦਾਰ ਨੂੰ ਕੋਈ ਡਿਮੈਂਸ਼ੀਆ ਦੀ ਹਿਸਟਰੀ ਹੈ ਜਾਂ ਕੋਗਨੇਟਿਵ ਜਿਹੜਾ ਡਿਕਲਾਈਨ ਹੈ ਜਾਂ ਜਿਹੜਾ ਕੋਈ ਵੀ ਸਾਈਕੈਟ੍ਰਿਕ ਇਲਨੈਸ ਆ। ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਨੇੜੇ ਤੇੜੇ ਵੀ ਕੋਈ ਮਾਨਸਿਕ ਰੋਗ ਨਹੀਂ, ਪਰ ਉਹ ਬੱਚੇ ਨੂੰ ਨੌਜਵਾਨ ਨੂੰ ਐਲਜ਼ਾਈਮਰ ਬਿਮਾਰੀ ਜਿਹੜੀ ਭੁੱਲਣ ਦੀ ਬਿਮਾਰੀ ਜਿਹੜੀ ਲੱਗ ਗਈ। ਤੇ ਅੱਛਾ ਕਈ ਵਾਰੀ ਉਹ ਕਹਿੰਦੇ ਵੀ ਇਹਦੇ ਵਿੱਚ ਹੈਡ ਇੰਜਰੀ ਹੋ ਸਕਦੀ ਹੈ, ਕੋਈ ਹਿਸਟਰੀ ਉਹਦੇ ਵਿੱਚ ਹੈਡ ਇੰਜਰੀ ਦੀ ਨਹੀਂ ਹੈ ਤੇ ਜਾਂ ਸਾਈਕੋਲੋਜੀਕਲ ਡਿਸਆਰਡਰ ਦੀ ਨਹੀਂ ਹੈ ਤੇ ਜਾਂ ਕੋਈ ਮੈਮਰੀ ਡਿਕਲਾਈਨ ਇੱਦਾਂ ਦੀ ਹੋਰ ਕੋਈ ਬਿਮਾਰੀ ਲੱਗੀ ਹੋਵੇ ਵੀ ਜਿਹਦੇ ਨਾਲ ਇਹਦਾ ਕੋਈ ਸੰਬੰਧ ਹੋਵੇ। ਇਹ ਵੀ ਦੱਸਦੇ ਆ ਕਿ ਕੋਈ ਉਹਦੇ ਵਿੱਚ ਇੱਦਾਂ ਦੀ ਗੱਲਬਾਤ ਜਿਹੜੀ ਨਜ਼ਰ ਨਹੀਂ ਆਈ ਤੇ ਇਹਨੂੰ ਬਹੁਤ ਸਾਰੇ ਹੁਣ ਇਹਦੇ ਨਿਊਰੋਸਾਈਕੋਲੋਜੀਕਲ ਟੈਸਟ ਕੀਤੇ ਜਾ ਰਹੇ ਆ, ਉਹਦੀ ਮੈਂਟਲ ਸਟੇਟ ਦੇ, ਮੈਮਰੀ ਡਿਮੈਂਸ਼ੀਆ ਦੇ, ਐਂਗਜ਼ਾਇਟੀ ਦੇ, ਡਿਪਰੈਸ਼ਨ ਦੇ, ਨਾਲ MRI ਕੀਤੀ ਜਾ ਰਹੀ ਆ, ਨਾਲ CT, ਬਲੱਡ ਵਰਕ, ਯੂਰਿਨ ਟੈਸਟ, ਸੈਰਬੋਸਪਾਈਨਲ ਫਲੂਇਡ ਲਿਆ ਜਾ ਰਿਹਾ ਤੇ ਕਿਸੇ ਨਾ ਕਿਸੇ ਤਰ੍ਹਾਂ ਸਾਰੇ ਹਿਸਾਬ ਦੇ ਨਾਲ ਇਹਨੂੰ ਦੇਖਿਆ ਜਾ ਰਿਹਾ ਕਿ ਕਿਹੜੀ ਚੀਜ਼ ਆ ਜਿਹਦੇ ਕਰਕੇ ਇਹ ਹੋਈ ਆ। ਇੱਕ ਪ੍ਰੋਟੀਨ ਦੱਸਦੇ ਆ, ਤਾਓ ਪ੍ਰੋਟੀਨ ਆ ਜਿਹੜੀ ਸਪੋਰਟ ਕਰਦੀ ਆ ਨਿਊਰੋਨ ਨੂੰ ਜਾਂ ਨਰਵ ਸੈਲਸ ਨੂੰ, ਬ੍ਰੇਨ ਦਿਆਂ ਨੂੰ, ਤੇ ਜਿਹੜੀ ਉਹ ਤਾਓ ਜਦੋਂ ਐਬਨੋਰਮਲ ਜੁੜ ਜਾਂਦੀ ਉੱਥੇ ਕਮਿਊਨੇਟ ਹੋ ਜਾਂਦੀ ਆ ਤੇ ਉਹਨੂੰ ਟੈਂਗਲ ਕਰ ਦਿੰਦੀ ਪ੍ਰੋਟੀਨ ਨੂੰ ਤੇ ਜਿਹਦੇ ਨਾਲ ਫਿਰ ਹੌਲੀ ਹੌਲੀ ਐਲਜ਼ਾਈਮਰ ਡਿਜ਼ੀਜ਼ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਆ। ਸੋ ਉਹਦੀ ਕਹਿੰਦੇ ਜਿਹੜਾ ਸੈਰੇਬਰੋਸਪਾਈਨਲ ਫਲੂਇਡ ਆ ਉਹਨੇ ਦੱਸਿਆ ਕਿ ਉਹਦੇ ਵਿੱਚ ਐਬਨੋਰਮਲ ਟਾਓ ਇਹ ਬਿਲਡਅਪ ਹੋਇਆ ਆ। MRI ਦੇ ਵਿੱਚ ਐਟਰੋਫੀ ਸ਼ੋ ਹੋਈ ਆ ਤੇ ਹੁਣ ਇਹਦੀ ਅੱਗਿਓਂ ਜਾਂਚ ਪੜਤਾਲ ਕੀਤੀ ਜਾ ਰਹੀ ਆ। ਜਿਹੜਾ ਮਤਲਬ ਇਹਦੇ ਵਿੱਚ ਜਿਹੜੇ ਟੈਸਟ ਦੂਜੇ ਆ ਉਹਦੇ ਉੱਤੇ ਵੀ ਉਹਨੇ ਬਹੁਤ ਕਾਫੀ ਲੋ ਸਕੋਰ ਕੀਤਾ ਆ। ਜਿਹੜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਆਡਿਟਰੀ ਵਰਬਲ ਲਰਨਿੰਗ ਟੈਸਟ ਆ ਉਹਦੇ ਉੱਤੇ ਵੀ ਦੱਸਦੇ ਆ ਕਿ ਉਹਦਾ ਸਕੋਰ ਕਾਫੀ ਥੱਲੇ ਆਇਆ। ਸੋ ਬਹੁਤ ਇੱਕ ਰੇਅਰ ਡਾਇਗਨੋਸਿਸ, ਕਿਉਂ ਇਹ ਮਿਊਟੇਸ਼ਨ ਹੋ ਗਈਆਂ, ਉਹਦੇ ਵਿੱਚ ਹੋਇਆ ਕੀ ਆ, ਆਪਣੇ ਆਪ ਦੇ ਵਿੱਚ ਵਿਗਿਆਨੀਆਂ ਦੇ ਲਈ ਇੱਕ ਇਸ ਵੇਲੇ ਰਹੱਸ ਬਣਿਆ ਆ। ਅਲਜ਼ਾਈਮਰ ਡਿਜ਼ੀਜ਼ 65 ਸਾਲ ਤੋਂ ਉੱਤੇ ਹੁੰਦੀ ਆ, ਇਹ ਤੋਂ ਪਹਿਲਾਂ ਬਹੁਤ ਰੇਅਰ ਆ ਤੇ 2 ਤੋਂ 8% ਜਾਂ ਜਿਹੜੇ 28,000 ਲੋਕ ਨੇ ਕੈਨੇਡਾ ਦੇ ਵਿੱਚ ਇਸ ਵੇਲੇ ਇਸ ਬਿਮਾਰੀ ਤੋਂ ਪੀੜਤ ਨੇ, ਜਿਹੜੀ ਅਲਜ਼ਾਈਮਰ ਸੁਸਾਇਟੀ ਆਫ ਕੈਨੇਡਾ ਦੀ ਰਿਪੋਰਟ ਦੱਸਦੀ ਆ। ਇਹ ਜਿਹੜੀ ਹੁੰਦੀ ਆ, ਕਈ ਜੈਨੇਟਿਕ ਰੀਜ਼ਨ ਵੀ ਹੁੰਦੇ ਆ, এনवायरमेंटल ਵੀ ਹੁੰਦੇ ਆ ਜਾਂ ਕਿ ਮਿਊਟੇਸ਼ਨਸ ਵੀ ਹੋ ਜਾਂਦੀਆਂ ਆ ਤੇ ਜਿਹੜੇ ਯੰਗਰ ਹੁੰਦੇ ਆ ਉਹ ਫਿਰ ਮਿਊਟੇਸ਼ਨਸ ਨੂੰ ਅੱਗੇ ਜਿਹੜੇ ਆ ਉਹ ਜ਼ਰੂਰ ਨਾਲ ਕੈਰੀ ਕਰ ਲੈਂਦੇ ਆ। ਸੋ ਇਸ ਗੱਲਬਾਤ ਨੇ ਇਸ ਵੇਲੇ ਦੁਨੀਆ ਦੇ ਵਿਗਿਆਨੀਆਂ ਨੂੰ ਚਿੰਤਾ ਦੇ ਵਿੱਚ ਪਾਇਆ ਕਿ ਕੀ ਇਹਦਾ ਕਾਰਨ ਆ ਤੇ ਕਿਤੇ ਗੱਲ ਵੱਧਦੀ ਹੋਰ ਜ਼ਿਆਦਾ ਨਾ ਵੱਧ ਜਾਵੇ। ਅਗਲੀ ਗੱਲਬਾਤ, ਇਹ ਗੱਲਬਾਤ ਟੋਰਾਂਟੋ ਦੇ ਇੱਕ ਵਿਅਕਤੀ ਦੀ ਕਹਾਣੀ ਹੈ ਜਿਹੜਾ ਫਲੇਅਰ ਫਲਾਈਟ ਦੇ ਵਿੱਚ ਉਹਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਫਲੋਰੀਡਾ ਦੇ ਵਿੱਚ। ਕੈਨੇਡਾ ਦਾ ਰਹਿਣ ਵਾਲਾ ਆ ਤੇ ਉੱਥੇ ਅਮਰੀਕਾ ਦੇ ਵਿੱਚ ਇਹਨੂੰ ਉਤਰਨਾ ਪਿਆ। ਲੂਇਸ ਅਲਬਰਟਾ ਇਹਦਾ ਨਾਂ ਦੱਸਦੇ ਆ, ਮੈਕਸੀਕਨ ਸਿਟੀਜ਼ਨ ਆ ਤੇ ਇਸ ਵੇਲੇ ਟੋਰਾਂਟੋ ਦੇ ਵਿੱਚ ਰਹਿ ਰਿਹਾ ਆਪਣੀ ਸਟੱਡੀਜ਼ ਦੇ ਮਾਮਲੇ ਦੇ ਵਿੱਚ ਤੇ ਵਾਪਰ ਕੈਨੇਡਾ ਆ ਰਿਹਾ ਸੀ ਕੈਨਕੂਨ ਤੋਂ ਫਰਵਰੀ 7 ਨੂੰ। ਤੇ ਉਹਦੀ ਇੱਥੇ ਜਦੋਂ ਆ ਰਿਹਾ ਸੀ ਜਿਹੜੀ ਇੱਕ ਮਾਮਲੇ ਦੇ ਵਿੱਚ ਉਹ ਜਦੋਂ ਕਹਿੰਦਾ ਵੀ ਉਹ ਉੱਥੇ ਇੱਕ ਐਲਟੀਟਿਊਡ ਦੇ ਉੱਤੇ ਪਹੁੰਚ ਗਿਆ, ਬੋਇੰਗ 737 ਮਤਲਬ ਮੈਕਸੀਕੋ ਤੋਂ ਕੈਨਕੂਨ ਤੋਂ ਉੱਡ ਕੇ ਹੁਣ ਉਹਨੇ ਟੋਰਾਂਟੋ ਆਉਣਾ ਆ, ਵਾਪਸ ਆ ਰਿਹਾ। ਸਿਟੀਜ਼ਨ ਉਹ ਮੈਕਸੀਕੋ ਦਾ ਆ। ਜਦੋਂ ਇੱਕ ਐਲਟੀਟਿਊਡ ਦੇ ਉੱਤੇ ਬੋਇੰਗ 737 ਉਹਦਾ ਜਹਾਜ਼ ਪਹੁੰਚ ਗਿਆ ਤੇ ਉਹਨੂੰ ਮਤਲਬ ਥੋੜ੍ਹਾ ਜਿਹਾ ਕਹਿੰਦੇ ਕੁਛ ਚੈਸਟ ਪੇਨ ਜਾਂ ਦਰਦ ਜਾਂ ਇੱਦਾਂ ਦੀ ਕੋਈ ਗੱਲਬਾਤ ਉਹਨੂੰ ਹੋਈ ਤੇ ਉਹਨੂੰ ਹੁਣ ਕਿਉਂਕਿ ਜਾਨ ਦਾ ਖਤਰਾ ਸੀ ਉਹਨੂੰ ਉੱਥੋਂ ਨੇੜੇ ਦੇ ਫਲੋਰੀਡਾ ਦੇ ਵਿੱਚ ਫੋਰਟ ਲਾਡਰਡੇਲ ਏਅਰਪੋਰਟ ਦੇ ਉੱਤੇ ਥੱਲੇ ਲਾ ਲਿਆ ਉਹਨਾਂ ਨੇ ਜਹਾਜ਼। 25 ਸਾਲ ਦੀ ਨੌਜਵਾਨ ਦੀ ਉਮਰ ਆ। ਉੱਥੇ ਲੈਂਡ ਕੀਤਾ ਤੇ ਪੈਸੰਜਰ ਫਿਰ ਵੇਟ ਕਰਨ ਲੱਗ ਪਏ ਕਿ 1 ਘੰਟਾ ਜਦੋਂ ਉਹਨਾਂ ਨੂੰ ਲੈ ਕੇ ਜਾਣਾ ਸੀ ਤੇ ਇੰਟਰਵਿਊ ਕੀਤਾ ਜਾਣਾ ਸੀ US ਬਾਰਡਰ ਅਫੀਸ਼ੀਅਲਸ ਦੁਆਰਾ, ਕਿਉਂਕਿ ਕੈਨੇਡਾ ਤੋਂ ਸਿੱਧੇ ਆ ਜਾਣਾ ਸੀ ਅਮਰੀਕਾ ਦਾ, ਬਹੁਤਿਆਂ ਕੋਲ ਵੀਜ਼ਾ ਜਾਂ ਕੁਛ ਵੀ ਨਹੀਂ ਸੀ ਤੇ ਉਹਨਾਂ ਨੂੰ ਫਿਰ ਉਹ ਟੈਕਨੀਕਲੀ ਕੁਛ ਨਾ ਕੁਛ ਕੀਤਾ ਜਾਣਾ ਸੀ। ਉਹ ਕਹਿੰਦੇ ਉੱਥੇ ਕਈ ਘੰਟੇ ਉਡੀਕਦੇ ਰਹੇ। ਉਸ ਤੋਂ ਬਾਅਦ ਇੱਕ ਇੱਕ ਕਰਕੇ ਉਹਨਾਂ ਨੇ ਇੰਟਰਵਿਊ ਕੀਤਾ ਤੇ ਉਹਨੂੰ ਫਿਰ ਅੱਗੇ ਜਿਹਦਾ ਉਹਨਾਂ ਦਾ ਪ੍ਰਬੰਧ ਅੱਗੇ ਜਾਣ ਦੇ ਲਈ ਫਲਾਈਟ ਦੇ ਵਿੱਚ ਕੀਤਾ ਗਿਆ। ਜਿਹੜੇ ਇਹ ਫਲੇਅਰ EMPLOYEE ਸੀਗੇ ਉਹ ਪੈਸੰਜਰਸ ਦੇ ਕੋਲ ਆਏ ਤੇ ਉਹ ਕਹਿੰਦੇ ਤੁਹਾਨੂੰ ਇੱਕ ਟੈਂਪਰੇਰੀ ਇਹ ਅਮਰੀਕਾ ਵਾਲੇ ਵੀਜ਼ਾ ਦੇ ਦੇਣਗੇ, ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕਰ ਜਾਓਗੇ
ਤੇ ਤੁਹਾਡੀਆਂ ਜਿਹੜੀਆਂ ਸਾਰੇ ਐਕਸਪੈਂਸਸ ਨੇ ਉਹ ਅਸੀਂ ਕਵਰ ਕਰ ਦਾਂਗੇ ਤੇ ਤੁਸੀਂ ਅਗਲੀ ਫਲਾਈਟ ਲੈ ਕੇ ਇੱਥੋਂ ਟੋਰਾਂਟੋ ਨੂੰ ਚਲੇ ਜਾਓ। ਜਿਹੜਾ ਨੌਜਵਾਨ ਸੀ ਐਲਬਾਰਡਾ, ਇਹਨੂੰ ਕਹਿੰਦੇ ਹਾਰਟ ਕੰਡੀਸ਼ਨ ਤੋਂ ਇਹ ਸਫਰ ਕਰ ਰਿਹਾ ਸੀ, ਸਟ੍ਰੈਸ ਸੀਗਾ ਇਹ ਸਿਚੁਏਸ਼ਨਸ ਦੇ ਨਾਲ ਵੀ ਮੈਂ ਠੀਕ ਨਹੀਂ ਆ। ਉਹਨੇ ਮੈਡੀਕਲ ਅਸਿਸਟੈਂਸ ਮੰਗੀ ਵੀ ਮੈਨੂੰ ਜਿਹੜਾ ਕੁਛ ਨਾ ਕੁਛ ਕੀਤਾ ਜਾਵੇ, ਤੇ ਉਹ ਕਹਿੰਦੇ ਵੀ ਇੱਥੇ ਕੋਈ ਨਹੀਂ ਹੈ ਤੇਰੀ ਹੈਲਪ ਕਰਨ ਦੇ ਲਈ, ਤੇ ਵੀ ਪਹਿਲਾਂ ਬਾਰਡਰ ਏਜੰਟਸ ਦੇ ਨਾਲ ਗੱਲ ਕਲੀਅਰ ਕਰ ਲਓ ਤੇ ਫਿਰ ਉਹਦੇ ਤੋਂ ਬਾਅਦ ਤੁਹਾਨੂੰ ਕੁਛ ਨਾ ਕੁਛ ਅਸੀਂ ਕਰਾਂਗੇ। ਉਹਦੇ ਬਾਅਦ ਬਾਰਡਰ ਅਫੀਸ਼ੀਅਲ ਉਹਨੂੰ ਕਹਿੰਦੇ ਆ ਐਲਬਾਰਡਾ ਨੂੰ ਕਿ ਜਿਹੜਾ ਤੈਨੂੰ ਅਸੀਂ ਅਮਰੀਕਾ ਦੇ ਵਿੱਚ ਅਲਾਓ ਨਹੀਂ ਕਰ ਸਕਦੇ, ਕਿਉਂਕਿ ਤੂੰ ਇੱਕ ਵਾਰੀ ਪਹਿਲਾਂ ਵਿਜ਼ਟਰ ਵੀਜ਼ੇ ਦੇ ਲਈ ਅਪਲਾਈ ਕੀਤਾ ਸੀ 1 ਸਾਲ ਪਹਿਲਾਂ, ਤੇ ਤੈਨੂੰ ਮਨਾ ਹੋ ਗਿਆ ਸੀ। ਹੁਣ ਉਹ ਬੰਦਾ ਕਹਿੰਦਾ ਵੀ ਮੈਂ ਅਮਰੀਕਾ ਆਉਣਾ ਚਾਹੁੰਦਾ ਸੀ 1 ਸਾਲ ਪਹਿਲਾਂ, ਪਰ ਮੇਰੇ ਪ੍ਰੋਪਰ ਪੇਪਰ ਵਰਕ ਨਹੀਂ ਸੀ, ਮੈਨੂੰ ਵੀਜ਼ੇ ਤੋਂ ਨਾ ਹੋ ਗਈ। ਹੁਣ ਮੇਰੀ ਐਮਰਜੈਂਸੀ ਆ, ਮੈਨੂੰ ਜਹਾਜ਼ ਥੱਲੇ ਮੇਰੇ ਕਰਕੇ ਲਾਇਆ ਗਿਆ, ਦਰਦ ਮੇਰੇ ਹੋ ਰਿਹਾ, ਮੈਨੂੰ ਕੁਛ ਹੋ ਸਕਦਾ, ਮੈਨੂੰ ਬਾਹਰ ਡਾਕਟਰ ਦੇ ਕੋਲ ਜਾਂ ਕਿਸੇ ਕੁਛ ਨਾ ਕੁਛ ਇੰਤਜ਼ਾਮ ਕੀਤਾ ਜਾਵੇ। ਪਰ ਉਸ ਵਿਅਕਤੀ ਦੇ ਕਹਿਣ ਅਨੁਸਾਰ ਕਿ ਮੈਨੂੰ ਇਹਨਾਂ ਨੇ ਫਲੋਰੀਡਾ ਦੇ ਵਿੱਚ ਕੋਈ ਵੀ ਇੱਦਾਂ ਦੀ ਮਦਦ ਨਹੀਂ ਦਿੱਤੀ। ਉਹ ਕਹਿੰਦੇ ਵੀ ਤੂੰ ਅਮਰੀਕਾ ਦੇ ਵਿੱਚ ਨਹੀਂ ਆ ਸਕਦਾ, ਤੇ ਉਹ ਕਹਿੰਦੇ ਤੂੰ ਅੰਡਰ ਅਰੈਸਟ ਨਹੀਂ ਆ, ਪਰ ਤੈਨੂੰ ਅਸੀਂ ਡਿਟੇਨ ਕਰ ਲਿਆ। ਉਹਨੂੰ ਡਿਟੇਨ ਕੀਤਾ, ਜਦੋਂ ਤੱਕ ਉਹਨੂੰ ਇਹ ਦੱਸ ਦਿੱਤਾ ਉਹਨਾਂ ਨੇ ਕਿ ਤੈਨੂੰ ਡਿਟੇਨ ਕਰਕੇ ਅਸੀਂ ਰੱਖਾਂਗੇ ਉਹਨਾਂ ਚਿਰ ਜਿੰਨਾ ਚਿਰ ਜਿਹੜੀ ਏਅਰਲਾਈਨ ਆ ਉਹ ਨੈਕਸਟ ਫਲਾਈਟ ਨਹੀਂ ਆਉਂਦੀ, ਤੇ ਉਹ ਅਗਲੇ ਦਿਨ ਤੱਕ ਸੀ। ਉਹ ਕਹਿੰਦੇ ਵੀ ਉਹਦਾ ਜਿਹੜਾ ਮਤਲਬ ਉਹਨੇ ਮਿਹਨਤਾਂ ਕੀਤੀਆਂ, ਬੈਗ ਕੀਤਾ ਬਾਰਡਰ ਅਫੀਸ਼ੀਅਲਸ ਨੂੰ ਕਿ ਮੈਨੂੰ ਇੱਕ ਪਹਿਲਾਂ ਫਲਾਈਟ ਬੁੱਕ ਕਰ ਲੈਣ ਦਿਓ। ਉਹਨੂੰ ਪਰਮਿਸ਼ਨ ਦਿੱਤੀ ਗਈ ਆਪਣੀ ਮਾਂ ਦੇ ਨਾਲ ਗੱਲ ਕਰਨ ਦੀ, ਜਿਹਨੇ ਮੁੜ ਕੇ ਏਅਰ ਕੈਨੇਡਾ ਦੀ ਇੱਕ ਫਲਾਈਟ ਅਗਲੇ ਦਿਨ 8 ਵਜੇ ਸਵੇਰੇ ਬੁੱਕ ਕੀਤੀ। ਤੇ ਉਹਨੂੰ ਪਰ ਉਹ ਹੁਣ ਇਸ ਸਥਿਤੀ ਵਿੱਚ ਮਤਲਬ ਉਹਦੀ ਗਲਤੀ ਇੰਨੀ ਆ ਵੀ ਉਹਨੂੰ ਦਰਦ ਹੋਣ ਲੱਗ ਪਿਆ ਤੇ ਉਹਨੂੰ ਥੱਲੇ ਤਾਰਨਾ ਪਿਆ। ਹੁਣ ਉਹਦੇ ਕੋਲ ਅਮਰੀਕਾ ਦਾ ਵੀਜ਼ਾ ਹੈ ਨਹੀਂ ਤੇ ਲੈਂਡ ਜਹਾਜ਼ ਫਲੋਰੀਡਾ ਦੇ ਵਿੱਚ ਕਰ ਗਿਆ। ਉਹ ਕਹਿੰਦੇ ਮੈਨੂੰ ਇੱਕ ਕਮਰੇ ਦੇ ਵਿੱਚ ਉਹਨੇ ਬੰਦ ਕਰ ਦਿੱਤਾ, ਤੇ ਮਤਲਬ ਇੱਥੋਂ ਤੱਕ ਕਿ ਮੇਰਾ ਸਾਰਾ ਸਮਾਨ ਲੈ ਲਿਆ, ਤੇ ਇੱਕ ਛੋਟਾ ਜਿਹਾ ਅਪਾਰਟਮੈਂਟ ਸੀਗਾ ਜਿੱਥੇ ਲੋਕਾਂ ਨੂੰ ਡਿਟੇਨ ਕੀਤਾ ਗਿਆ, ਤੇ ਡੋਰ ਦੇ ਉੱਤੇ ਲਿਜਾ ਕੇ ਤੇ ਉਹਨੂੰ ਬੰਦ ਕਰਕੇ ਜਿਹੜਾ ਅੰਦਰ ਉਹ ਛੱਡ ਗਿਆ ਪੂਰੀ ਰਾਤ ਦੇ ਲਈ। ਅਗਲੀ ਸਵੇਰੇ ਉਹ ਕਹਿੰਦੇ ਉਹਨੇ ਜਿਹੜਾ ਉਹਨੂੰ ਦਰਵਾਜ਼ੇ ਨੂੰ ਖੜਕਾਉਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਕੋਈ ਨਾ ਕੋਈ ਧਿਆਨ ਦਿਓ, ਨਹੀਂ ਤਾਂ ਮੇਰੀ ਫਲਾਈਟ ਮਿਸ ਹੋ ਜਾਊਗੀ। ਤੇ ਅੱਧੇ ਘੰਟੇ ਬਾਅਦ ਕਹਿੰਦੇ ਪੁਲਿਸ ਵਾਲਾ ਕੋਈ ਆਇਆ, ਤੇ ਉਹ ਉਹਦੇ ਉੱਤੇ ਬਹੁਤ ਦੁਖੀ ਸੀਗਾ। ਫਿਰ ਉਹਨੂੰ ਜਿਹੜਾ ਲੈ ਕੇ ਗਏ ਇੱਕ ਵੈਨ ਦੇ ਵਿੱਚ ਲੋਡ ਕਰਕੇ, ਬਿਲਕੁਲ ਉੱਦਾਂ ਜਿੱਦਾਂ ਕਿਸੇ ਅਪਰਾਧੀ ਨੂੰ ਲੈ ਕੇ ਜਾਂਦੇ ਹੁੰਦੇ ਆ, ਤੇ ਉਹਨੂੰ ਉੱਥੇ ਏਅਰ ਕੈਨੇਡਾ ਫਲਾਈਟ ਦੀ ਜਿਹੜੀ ਡਿਪਾਰਟ ਕਰ ਰਹੀ ਸੀ ਉੱਥੇ ਲੈ ਗਏ। ਉਹ ਕਹਿੰਦਾ ਹੁਣ ਮੈਂ ਜਦੋਂ ਘਰ ਦੇ ਵਿੱਚ ਆ ਗਿਆ ਤਾਂ ਮੈਂ 3 ਘੰਟੇ ਲਗਾਤਾਰ ਰੋਂਦਾ ਰਿਹਾ ਆਪਣੀ ਇਸ ਹਾਲਤ ਦੇ ਉੱਤੇ। ਤੇ ਕਹਿੰਦਾ ਮੈਨੂੰ ਪੈਨਿਕ ਅਟੈਕ ਹੋ ਰਿਹਾ, ਰਾਤ ਨੂੰ ਮਤਲਬ ਡਰਾਉਣੇ ਸੁਪਨੇ ਆਉਂਦੇ ਆ। ਜਿਹੜੀ ਉਹਨੇ ਜਾਣਕਾਰੀ ਦਿੱਤੀ ਇੱਕ ਨਿਊਜ਼ ਏਜੰਸੀ ਨੂੰ ਈਮੇਲ ਕਰਕੇ, ਉਹਦੇ ਵਿੱਚ ਉਹਨੇ ਦੱਸਿਆ ਜਿਹੜੇ ਹੁਣ ਫਲੇਅਰ ਵਾਲੇ ਆ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਇਸ ਚੀਜ਼ ਦੇ ਨਾਲ ਕਲੋਜ਼ਲੀ, ਜਿਹੜਾ ਫੋਰਟ ਲਾਡਰਡੇਲ ਏਅਰਪੋਰਟ ਸੀਗਾ US ਦੇ ਵਿੱਚ, ਉਹਨਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਹਾਂ ਵੀ ਹੋਇਆ ਕੀ ਹੈ ਜਾਂ ਇਹਨੂੰ ਕੀ ਕੀਤਾ ਜਾਣਾ ਚਾਹੀਦਾ ਸੀਗਾ। ਤੇ ਹੁਣ ਇਸ ਸਿਚੁਏਸ਼ਨ ਦੇ ਉੱਤੇ ਜਿਹੜੇ ਅਧਿਕਾਰੀ ਆ ਉਹ ਕਮੈਂਟ ਕਰਨ ਤੋਂ ਨਾ ਕਰ ਰਿਹਾ, ਤੇ ਪਰ ਬੰਦਾ ਕਹਿੰਦਾ ਜੋ ਕੁਛ ਮੇਰੇ ਨਾਲ ਹੋਇਆ ਇਹਦੇ ਵਿੱਚ ਮੇਰਾ ਕਸੂਰ ਵੀ ਕੋਈ ਨਹੀਂ ਸੀ। ਤੇ ਦੂਜਾ ਉਹ ਕਹਿੰਦਾ ਮੈਨੂੰ ਹੁਣ ਜਹਾਜ਼ ਦੇ ਬਾਰੇ ਸੋਚ ਕੇ ਹੀ ਡਰ ਆ ਰਿਹਾ ਹੈ। ਸੋ ਕਈ ਵਾਰੀ ਸਿਰਫ ਇੰਨੀ ਗਲਤੀ ਵੀ 1 ਸਾਲ ਪਹਿਲਾਂ ਉਹਨੇ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਸੀ, ਅਮਰੀਕਾ ਨੇ ਉਹਦਾ ਵੀਜ਼ਾ ਡਿਨਾਈ ਕਰ ਦਿੱਤਾ। ਹੁਣ ਜਹਾਜ਼ ਉੱਥੇ ਲੈਂਡ ਕਰ ਗਿਆ, ਬਜਾਏ ਇਹਦੇ ਕਿ ਉਹਦੀ ਕੋਈ ਸਾਂਭ ਸੰਭਾਲ ਕੀਤੀ ਜਾਂਦੀ, ਇੱਕ ਰਾਤ ਉਹਨੂੰ ਅੰਦਰ ਬੰਦ ਕਰਕੇ ਤੇ ਮੁੜ ਕੇ ਅਗਲੀ ਫਲਾਈਟ ਦੇ ਵਿੱਚ ਜਿਹੜਾ ਉਹਨੂੰ ਤੋਰ ਦਿੱਤਾ ਗਿਆ। ਅਗਲੀ ਖਬਰ ਦੋਸਤੋ ਨੈਸ਼ਨਲ ਸੈਂਟਰ ਫਾਰ ਟਰੁਥ ਐਂਡ ਰੀਕਨਸੀਲੀਏਸ਼ਨ ਬਾਰੇ ਆ ਕਿ ਇਹਨਾਂ ਨੇ ਇੱਕ ਜਿਹੜਾ ਨੈਸ਼ਨਲ ਸੈਂਟਰ ਫਾਰ ਟਰੁਥ ਐਂਡ ਰੀਕਨਸੀਲੀਏਸ਼ਨ ਆ, ਇਹਨਾਂ ਦੇ ਕੁਛ ਇਤਰਾਜ਼ ਨੇ ਇਸ ਵੇਲੇ। ਇਤਰਾਜ਼ ਇਹ ਆ ਕਿ ਸਰਕਾਰ ਨੇ ਇੱਕ ਕੰਟਰੈਕਟ ਕੀਤਾ $2 ਮਿਲੀਅਨ ਦਾ ਇੱਕ ਇੰਟਰਨੈਸ਼ਨਲ ਗਰੁੱਪ ਦੇ ਨਾਲ ਕਿ ਜਿਹੜੀਆਂ ਅਨਮਾਰਕਡ ਗ੍ਰੇਵਸ ਨੇ ਉਹਦੇ ਉੱਤੇ ਸਾਨੂੰ ਐਡਵਾਈਜ਼ ਕਰੋ। ਤੁਹਾਨੂੰ ਪਤਾ ਜਿਹੜਾ ਇਹ ਮਾਮਲਾ ਸੀ ਬਹੁਤ ਚਰਚਾ ਦੇ ਵਿੱਚ ਰਿਹਾ 2 ਸਾਲ ਪਹਿਲਾਂ। ਕੈਮਲੂਪਸ ਤੋਂ ਸ਼ੁਰੂ ਹੋਇਆ ਸੀ, ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਅਨਮਾਰਕਡ ਗ੍ਰੇਵਸ ਉਹ ਬੱਚੇ ਜਿਹੜੇ ਇੱਥੇ ਦਬਾ ਦਿੱਤੇ ਗਏ ਸੀ, ਹੁਣ ਉਹ ਇੱਕ ਇੱਕ ਕਰਕੇ ਪਤਾ ਲੱਗ ਰਿਹਾ। ਸਰਕਾਰ ਨੇ ਇੱਕ ਇੰਟਰਨੈਸ਼ਨਲ ਗਰੁੱਪ ਹਾਇਰ ਕੀਤਾ, ਜਾਂ ਇੱਦਾਂ ਕਹਿ ਲਓ ਉਹਨਾਂ ਨੂੰ $2 ਮਿਲੀਅਨ ਦਿੱਤਾ ਵੀ ਤੁਸੀਂ ਸਾਨੂੰ ਇਹਦੇ ਉੱਤੇ ਰਾਏ ਦਿਓ ਜਾਂ ਸਲਾਹ ਦਿਓ ਜਾਂ ਸਾਰਾ ਕੁਛ ਇਹਦੇ ਬਾਰੇ ਦੱਸੋ। ਹੁਣ ਇਸ ਗੱਲ ਦੇ ਉੱਤੇ ਜਿਹੜਾ ਨੈਸ਼ਨਲ ਸੈਂਟਰ ਫਾਰ ਟਰੁਥ ਐਂਡ ਰੀਕਨਸੀਲੀਏਸ਼ਨ ਆ ਉਹ ਇਤਰਾਜ਼ ਕਰ ਰਿਹਾ ਵੀ ਇਹ ਗਲਤ ਕੀਤਾ ਜਾ ਰਿਹਾ। ਉਹ ਕਹਿੰਦੇ ਅਸੀਂ ਬਹੁਤ ਜ਼ਿਆਦਾ ਇਸ ਗੱਲ ਦੇ ਨਾਲ ਚਿੰਤਤ ਹਾਂ ਕਿ ਜਿਹੜੀ ਇਹ ਕਰਾਊਨ ਇੰਡੀਜੀਨੀਅਸ ਰਿਲੇਸ਼ਨਸ ਤੇ ਨਰਦਰਨ ਅਫੇਅਰ ਕੈਨੇਡਾ ਆ ਕਿ ਉਹਨਾਂ ਨੇ ਹਾਇਰ ਕੀਤਾ ਇੱਕ ਨੈਦਰਲੈਂਡ ਬੇਸ ਆਰਗੇਨਾਈਜੇਸ਼ਨ ਨੂੰ, ਜਿਹੜੀ ਇੱਕ ਮਤਲਬ ਇਸ ਬਹੁਤ ਸੈਂਸਿਟਿਵ ਜਿਹੇ ਮਾਮਲੇ ਦੇ ਉੱਤੇ ਆਪਣੀ ਖੋਜ ਕਰੂਗੀ ਜਾਂ ਆਪਣੀ ਅੱਗੇ ਗੱਲਬਾਤ ਦੱਸੂਗੀ। ਜਿਹੜੀ ਇਹ ਰੈਜ਼ੀਡੈਂਸ਼ੀਅਲ ਸਕੂਲ, ਸੀਨੀਅਰ ਰੈਜ਼ੀਡੈਂਸ਼ੀਅਲ ਸਕੂਲ, ਫਾਰਮਰ ਰੈਜ਼ੀਡੈਂਸ਼ੀਅਲ ਸਕੂਲ ਸੀਗੇ ਉਹਨਾਂ ਦੇ ਉੱਤੇ ਉਹ ਇਹ ਕਹਿ ਰਹੇ ਆ ਕਿ ਜਿਹੜੇ ਇਹ ਲੋਕ ਨੇ ਕਿ ਇਹ ਇੰਨਾ ਸੈਂਸਿਟਿਵ ਮਾਮਲਾ ਆ
कि किसी बाहरले बंदे नूं किद्दां समझ आ सकदा कि कनेडा सरकार नीदरलैंड की एक फर्म नूं $2 मिलियन दे दिंदी कि तुसीं सानूं दसो इस मामले दे विच की करना। वो कहंदे मामला ही इन्ना सेंसिटिव आ भी ये तां असीं दस सकदे इस मामले दे विच की करना होना भी इहदा जिहड़ा लीड करना चाहीदा जिहड़े इहदे विच होणे चाहीदे आ वो जां तां इंਡੀਜਨਸ लोक होण जां जिहड़े सर्वाइवर होण वो इहदे विच जरूर इनवॉल्व होण ਉਹ ਹੀ ਦੱਸ ਸਕਦੇ ਵੀ ਇਹਦੇ ਇਸ ਮਾਮਲੇ ਦੇ ਵਿੱਚ ਕੀ ਕੀਤਾ ਜਾਣਾ। ਇਸ ਮਾਮਲੇ ਦੇ ਵਿੱਚ ਜਿਹੜੀਆਂ ਇਹ ਆਰਗੇਨਾਈਜੇਸ਼ਨਸ ਨੇ ਜਾਂ ਨॉन ਇੰਡੀਜੀਨੀਅਸ ਆਰਗੇਨਾਈਜੇਸ਼ਨਸ ਨੇ ਇਹ ਇਸ ਰੀਕਨਸੀਲੀਏਸ਼ਨ ਨੇ ਕਿਹਾ ਜਿਹੜਾ ਇਹਨਾਂ ਨੇ ਕਿ ਇੱਕ ਮਿਸਸਟੈਪ ਆ, ਗਲਤ ਕਦਮ ਆ ਸਰਕਾਰ ਦਾ, ਇਸ ਪਾਸੇ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ। ਫੈਡਰਲ ਸਰਕਾਰ ਨੇ ਥੋੜ੍ਹਾ ਚਿਰ ਪਹਿਲਾਂ ਅਨਾਊਂਸ ਕੀਤਾ ਸੀ ਕਿ ਇੱਕ ਇੰਟਰਨੈਸ਼ਨਲ ਕਮਿਸ਼ਨ ਜਾਂ ਮਿਸਿੰਗ ਪਰਸਨ ਜਿਹੜਾ ਮਿਸਿੰਗ ਪਰਸਨ ਹੋਊਗਾ ਜਿਹੜਾ ਪ੍ਰੋਵਾਈਡ ਕਰੂਗਾ ਸਾਨੂੰ ਇਸ ਐਡਵਾਈਸ ਦੇ ਉੱਤੇ ਜਿਹੜੀਆਂ ਆਲੇ ਦੁਆਲੇ ਹੋਰ ਵੀ ਅਨਮਾਰਕਡ ਗ੍ਰੇਵਸ ਨੇ। ਜਦੋਂ ਇਹ ਆਪਣੀ ਫਾਈਨਲ ਰਿਪੋਰਟ ਦਊਗਾ ਕਮਿਸ਼ਨ ਨੇ ਪਲਾਨ ਕੀਤਾ ਸੀ ਕਿ ਕੈਂਪੇਨ ਜਿਹੜੀ ਕਮਿਊਨਿਟੀਜ਼ ਦੇ ਨਾਲ ਤੇ ਹੋਰ ਚੀਜ਼ਾਂ ਦੇ ਨਾਲ ਤੇ ਆਪਸ਼ਨ ਜਿਹੜੀਆਂ DNA ਐਨਾਲਿਸਿਸ ਜਾਂ ਫੋਰੈਂਸਿਕ ਟੈਕਨੀਕਸ ਨੇ ਉਹਦੇ ਉੱਤੇ ਕੰਮ ਕਰਨਗੇ। ਆਟਵਾ ਇਹ ਕਹਿ ਰਹੇ ਆ ਕਿ ਜਿਹੜਾ ਇਹਨਾਂ ਨੇ ਜਿਹੜਾ ਹਾਇਰ ਕੀਤਾ ਆ ਕੁਛ ਕਮਿਊਨਿਟੀਜ਼ ਜਿਹੜੀਆਂ ਉਹ ਆਪਸ਼ਨਸ ਦੇ ਲਈ ਦੇਖ ਰਹੀਆਂ ਕਿ ਮੈਂਡੇਟ ਹੋਵੇ ਜਿਹੜਾ ਇਸ ਰਿਸਰਚਰਸ ਨੂੰ ਅਸਿਸਟ ਕਰ ਸਕਦਾ ਹੋਵੇ ਕਿ ਇਹ ਉਸ ਮਾਮਲੇ ਦੇ ਵਿੱਚ ਜਿਹੜੇ ਚਰਚ ਦੁਆਰਾ ਰਨ ਕੀਤੇ ਜਾ ਰਹੇ ਸਕੂਲ ਉਹਨਾਂ ਦੇ ਉੱਤੇ ਖੋਜ ਕੀਤੀ ਜਾ ਰਹੀ ਹੈ। ਜਿਹੜੀ ਪਿਛਲੇ ਹਫ਼ਤੇ ਕਮਿਸ਼ਨ ਨੇ ਇੱਕ ਕਾਪੀ ਇਸ ਟੈਕਨੀਕਲ ਐਗਰੀਮੈਂਟ ਦੀ ਰਿਲੀਜ਼ ਕੀਤੀ ਆ ਜਿਹੜੀ ਸਾਈਨ ਕੀਤੀ ਗਈ ਹੈ ਸਰਕਾਰ ਦੁਆਰਾ ਜਨਵਰੀ ਦੇ ਵਿੱਚ, ਜਿਹਦੇ ਵਿੱਚ ਇਹ ਕਨਫਰਮ ਹੋ ਰਿਹਾ ਕਿ ਫਾਈਨਲ ਰਿਪੋਰਟ ਮਿਡ ਜੂਨ ਤੱਕ ਡਿਊ ਆ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਗੱਲਬਾਤ ਜਿਹੜੀ ਕਦੋਂ ਸਾਹਮਣੇ ਆਉਂਦੀ ਉਹ ਉਦੋਂ ਪਤਾ ਲੱਗੂਗਾ। ਪਰ ਇਹ ਇਸ ਗੱਲ ਤੋਂ ਨਾਰਾਜ਼ ਨੇ ਕਿ ਜਿਹੜਾ ਇੱਥੇ ਦਾ ਮਾਮਲਾ ਆ ਇੰਡੀਜੀਨੀਅਸ ਦਾ ਮਾਮਲਾ ਆ, ਮੂਲ ਨਿਵਾਸੀਆਂ ਦਾ ਮਾਮਲਾ ਆ ਤੇ ਇਹਦੇ ਉੱਤੇ ਸਰਕਾਰ $2 ਮਿਲੀਅਨ ਦੇ ਉੱਤੇ ਨੈਦਰਲੈਂਡ ਦੀ ਇੱਕ ਆਰਗੇਨਾਈਜੇਸ਼ਨ ਨੂੰ ਹਾਇਰ ਕਰ ਰਹੀ ਆ। ਇਹ ਗੱਲ ਠੀਕ ਨਹੀਂ ਹੈ, ਇਹ ਇਸ ਮਾਮਲੇ ਦੇ ਵਿੱਚ ਮਿਸਸਟੈਪ ਦੱਸਿਆ ਜਾ ਰਿਹਾ। ਇੱਕ ਸਟੱਡੀ ਸਾਹਮਣੇ ਆਈ ਹੈ, ਇਹ ਸਟੱਡੀ ਇਹ ਦੱਸਦੀ ਆ ਕਿ ਜਿਹੜੀਆਂ ਹਾਈਐਸਟ ਪੇਇੰਗ ਜਾਂ ਬਹੁਤ ਉੱਚ ਅਹੁਦੇ ਵਾਲੀਆਂ ਜੌਬਸ ਨੇ ਇਹ ਉਹਨਾਂ ਲੋਕਾਂ ਦੇ ਕੋਲ ਹੁੰਦੀਆਂ ਨੇ ਜਿਹੜੇ ਬਹੁਤ ਸਮਾਰਟ ਹੁੰਦੇ ਆ। ਮਤਲਬ ਆਮ ਤੌਰ 'ਤੇ ਇੱਕ ਧਾਰਨਾ ਮੰਨੀ ਜਾਂਦੀ ਹੈ। ਪਰ ਜਿਹੜੀ ਨਵੀਂ ਰਿਸਰਚ ਆ ਇਹ ਲਿੰਕੋਪਿੰਗ ਯੂਨੀਵਰਸਿਟੀ ਸਵੀਡਨ ਆ ਉਹਨਾਂ ਨੇ ਇਹ ਜਿਹੜੀ ਰਿਸਰਚ ਕੀਤੀ ਆ ਤੇ ਉਹ ਪਬਲਿਸ਼ ਹੋਈ ਆ ਪੀਅਰ ਰਿਵਿਊ ਜਰਨਲ ਯੂਰਪੀਅਨ ਸੋਸ਼ੀਓਲੋਜੀਕਲ ਰਿਵਿਊ ਦੇ ਵਿੱਚ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਹਾਈ ਅਰਨਿੰਗ ਇੰਡੀਵਿਜੂਅਲਸ ਨੇ ਜ਼ਰੂਰੀ ਨਹੀਂ ਉਹ ਜ਼ਿਆਦਾ ਇੰਟੈਲੀਜੈਂਟ ਵੀ ਹੋਣ ਦੂਜਿਆਂ ਨਾਲੋਂ ਜਿਨ੍ਹਾਂ ਦੀਆਂ ਲੋਅਰ ਪੇਇੰਗ ਜੌਬਸ ਨੇ। ਮਤਲਬ ਜੇ ਕਿਸੇ ਦੀ ਨੌਕਰੀ ਵਧੀਆ ਆ, ਤਨਖਾਹ ਵਧੀਆ ਆ, ਉਹ ਉਨਾ ਜ਼ਿਆਦਾ ਇੰਟੈਲੀਜੈਂਟ ਹੋਊਗਾ ਇਹ ਗੱਲ ਜ਼ਰੂਰੀ ਨਹੀਂ ਹੈ। ਇਹ ਗੱਲ ਇਹਨਾਂ ਨੇ ਇਹ ਸਾਫ਼ ਕਰ ਦਿੱਤੀ ਆ। ਇਸ ਨੂੰ ਸਮਝਣ ਦੇ ਲਈ ਜਿਹੜਾ ਰਿਲੇਸ਼ਨਸ਼ਿਪ ਆ ਦੋਵਾਂ ਦੇ ਵਿੱਚ ਜਿਹੜਾ ਵੇਜਸ ਦਾ ਤੇ ਇੰਟੈਲੀਜੈਂਸ ਦਾ, ਉਹਨਾਂ ਨੇ ਇੱਕ ਇਹ ਰਿਸਰਚ ਕੀਤੀ ਹੈ। ਉਹਨਾਂ ਨੇ ਇਨਕਮ ਡਾਟਾ ਲਿਆ ਲਗਭਗ 60,000 ਸਵੀਡਿਸ਼ ਆਦਮੀਆਂ ਦਾ। ਉਹਦੇ ਵਿੱਚ ਉਹਨਾਂ ਨੇ ਉਹਨਾਂ ਦੀ ਕੋਗਨੀਟਿਵ ਐਬਿਲਿਟੀ ਟੈਸਟ ਸਕੋਰ ਦੇਖੇ ਆ, ਉਹਨਾਂ ਦੇ ਮਿਲਟਰੀ ਕੌਨਸਕ੍ਰਿਪਟਸ ਤੋਂ ਜਿਹੜੇ 18 ਸਾਲ ਤੋਂ 19 ਸਾਲ ਤੋਂ ਬਾਅਦ ਆ, ਤੇ ਉਹਨੂੰ ਫਿਰ ਸੀਰੀਜ਼ ਫਿਜ਼ੀਕਲ ਸਾਈਕੋਲੋਜੀਕਲ ਤੇ ਇੰਟੈਲੈਕਚੁਅਲ ਟੈਸਟ ਲਏ ਗਏ। ਕੋਈ ਬੰਦਾ ਇੰਟੈਲੀਜੈਂਟ ਕਿੰਨਾ ਹੈ ਉਹਦਾ ਟੈਸਟ ਕੀਤਾ ਜਾ ਸਕਦਾ। ਇੰਟੈਲੀਜੈਂਸ ਕੁਐਸਚਨਸ ਦੇ ਟੈਸਟ ਹੁੰਦੇ ਆ, ਉਹ IQ ਟੈਸਟ ਦੇ ਕੇ ਕਿਸੇ ਬੰਦੇ ਦਾ ਦੱਸਿਆ ਜਾ ਸਕਦਾ ਵੀ ਇਹ ਬੰਦਾ ਇੰਨਾ ਇੰਟੈਲੀਜੈਂਟ ਆ, ਇੰਨਾ ਇੰਟੈਲੀਜੈਂਟ ਆ, ਇੰਨਾ ਇੰਟੈਲੀਜੈਂਟ ਆ। ਉਸ ਤਰ੍ਹਾਂ ਦੇ ਟੈਸਟ ਕੰਡਕਟ ਕਰਕੇ ਉਹਨਾਂ ਲੋਕਾਂ ਦੇ ਜਿਹੜੇ ਬਹੁਤ ਜ਼ਿਆਦਾ ਤਨਖਾਹਾਂ ਲੈ ਰਹੇ ਆ, ਬਹੁਤ ਉੱਚੇ ਅਹੁਦਿਆਂ ਦੇ ਉੱਤੇ ਆ, ਤੇ ਦੂਜੇ ਲੋਕ ਜਿਹੜੇ ਉਹਨਾਂ ਨੌਕਰੀਆਂ ਦੇ ਉੱਤੇ ਨਹੀਂ ਆ, ਇਹਨਾਂ ਨੇ ਇਹ ਰਿਲੇਸ਼ਨ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜ਼ਰੂਰੀ ਨਹੀਂ ਕਿ ਜਿਹੜਾ ਵੱਧ ਤਨਖਾਹ ਲੈ ਰਿਹਾ ਤੇ ਉੱਚੇ ਅਹੁਦੇ ਦੇ ਉੱਤੇ ਆ ਉਹ ਜ਼ਿਆਦਾ ਇੰਟੈਲੀਜੈਂਟ ਹੋਊਗਾ। ਜਿਹੜੇ ਲੋਕ ਜ਼ਿਆਦਾ ਹਾਇਰ ਇਨਕਮ ਵਾਲੇ ਆ, ਜਿਹੜੇ ਆਮ ਤੌਰ ਦੇ ਉੱਤੇ ਹਾਇਰ IQ ਟੈਸਟ ਦੇ ਵਿੱਚ ਹੁੰਦੇ ਆ, ਤੇ ਜਿਹੜਾ ਇੱਕ ਪੁਆਇੰਟ ਤੱਕ ਹੀ ਇਹ ਗੱਲ ਸੱਚੀ ਸਾਬਤ ਹੁੰਦੀ ਉਸ ਤੋਂ ਬਾਅਦ ਨਹੀਂ। ਇਹ ਰਿਸਰਚ ਦੱਸ ਰਹੀ ਆ ਕਿ ਜਿਹੜੇ ਹਾਈਐਸਟ ਅਰਨਰ ਨੇ ਉਹ ਟੌਪ 1% ਜਿਹੜੇ ਆ ਉਹ ਸਲਾਈਟਲੀ ਲੋਅਰ ਪੂਰੇ ਦੂਜੇ ਲੋਕਾਂ ਦੇ ਨਾਲ ਕੰਪੇਅਰ ਕਰਨ ਦੇ ਵਿੱਚ ਕਰ ਰਹੇ ਆ, ਤੇ ਜਿਨ੍ਹਾਂ ਦੀ ਸਵੀਡਨ ਦੇ ਵਿੱਚ ਇਨਕਮ $86,000 ਦੇ ਨੇੜੇ ਤੇੜੇ ਦੱਸੀ ਜਾਂਦੀ ਆ। ਜਿਹੜੀਆਂ ਜੌਬਸ ਬਹੁਤ ਪ੍ਰੈਸਟੀਜੀਅਸ ਮੰਨਦੇ ਆ ਤੇ ਬਹੁਤ ਜ਼ਿਆਦਾ ਉਹਦੇ 'ਚ ਪੜ੍ਹਾਈ ਲਿਖਾਈ ਹਾਇਰ ਐਜੂਕੇਸ਼ਨ ਚਾਹੀਦੀ ਹੁੰਦੀ ਆ, ਅਕਾਊਂਟੈਂਟਸ, ਡਾਕਟਰਸ, ਵਕੀਲ, ਪ੍ਰੋਫੈਸਰ, ਜੱਜ ਜਾਂ ਮੈਂਬਰ ਆਫ ਪਾਰਲੀਮੈਂਟ, ਉਹਨਾਂ ਦੇ ਵਿੱਚ ਇਹ ਨਹੀਂ ਗੱਲ ਨਜ਼ਰ ਆਈ ਕਿ ਉਨੇ ਜ਼ਿਆਦਾ ਉਹਨਾਂ ਦੀ ਜਿਹੜੀ ਹਾਇਰ ਕੋਗਨੀਟਿਵ ਐਬਿਲਿਟੀ ਆ, ਜਾਂ ਦੂਜੇ ਸ਼ਬਦਾਂ 'ਚ ਕਹਿ ਲਓ ਵੀ ਉਹ ਬਹੁਤ ਜ਼ਿਆਦਾ ਹੁਸ਼ਿਆਰ ਆ ਜਾਂ ਇੰਟੈਲੀਜੈਂਟ ਆ। ਇੱਕ ਨਵੀਂ ਗੱਲ ਸਵੀਡਨ ਦੀ ਇਸ ਯੂਨੀਵਰਸਿਟੀ ਦੀ ਰਿਸਰਚ ਨੇ ਲੋਕਾਂ ਦੇ ਸਾਹਮਣੇ ਲਿਆ ਕੇ ਦੱਸੀ ਆ, ਤੇ ਇਹ ਵੀ ਉਹਨਾਂ ਨੇ ਕਿਹਾ ਆ ਕਿ ਮੈਜੋਰਿਟੀ ਆਫ ਸਿਟੀਜ਼ਨਸ ਭਾਵੇਂ ਉਹਨਾਂ ਦੀ ਇੰਟੈਲੀਜੈਂਸ ਲੈਵਲ ਦੇ ਹਿਸਾਬ ਨਾਲ ਹੀ
ਸੈਲਰੀ ਅਰਨ ਕਰਦੇ ਆ, ਪਰ ਇਹ ਵੱਡੀਆਂ ਤਨਖਾਹਾਂ ਲੈਣ ਵਾਲੇ, ਵੱਡੀਆਂ ਨੌਕਰੀਆਂ ਵਾਲੇ ਜ਼ਿਆਦਾ ਇੰਟੈਲੀਜੈਂਟ ਹੋਣ, ਇਹ ਗੱਲ ਜ਼ਰੂਰੀ ਨਹੀਂ। ਅਗਲੀ ਗੱਲਬਾਤ ਦੋਸਤੋ ਹੈਗੀ ਆ ਆਪਣੇ ਜਿਹੜੇ ਕੰਮਕਾਰ ਬਾਰੇ। ਕੋਵਿਡ ਦੌਰਾਨ ਬਹੁਤ ਸਾਰੇ ਲੋਕਾਂ ਨੇ ਘਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਯੂਨੀਅਨ ਜਿਹੜੀ ਫੈਡਰਲ ਪਬਲਿਕ ਸਰਵੈਂਟ ਨੂੰ ਰਿਪਰੈਜ਼ੈਂਟ ਕਰਦੀ ਆ, ਉਹਨਾਂ ਦੇ ਕੋਲ ਕਈ ਸੈਂਕੜੇ ਲੋਕ ਇੱਦਾਂ ਦੇ ਰੋਜ਼ ਆ ਰਹੇ ਆ ਜਿਹੜੇ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ, ਜਿਹਦੇ ਵਿੱਚ ਸਰਕਾਰ ਕਹਿ ਰਹੀ ਆ ਕਿ ਹੁਣ ਕੋਵਿਡ ਖਤਮ ਹੋ ਗਿਆ, ਤੁਸੀਂ ਵਾਪਸ ਆਪਣੇ ਕੰਮਾਂ ਕਾਰਾਂ ਦੇ ਉੱਤੇ ਆਓ। ਪ੍ਰੋਫੈਸ਼ਨਲ ਇੰਸਟੀਚਿਊਟ ਆਫ ਪਬਲਿਕ ਸਰਵਿਸ ਆਫ ਕੈਨੇਡਾ ਕਹਿ ਰਹੀ ਆ ਕਿ 1100 ਦੇ ਕਰੀਬ ਮੈਂਬਰ ਉਹਨਾਂ ਦੇ ਇਸ ਯੂਨੀਅਨ ਦੇ ਕੋਲ ਪਹੁੰਚੇ ਆ ਆਪਣੇ ਵੱਖਰੇ ਵੱਖਰੇ ਇਹਨਾਂ ਕੰਸਰਨਸ ਨੂੰ ਲੈ ਕੇ, ਜਿਹੜੇ ਸਰਕਾਰ ਦੇ ਇਸ ਫੈਸਲੇ ਨਾਲ ਸੰਬੰਧਿਤ ਆ ਕਿ ਤੁਹਾਨੂੰ ਆਫਿਸ ਵਾਪਸ ਆਉਣਾ ਚਾਹੀਦਾ ਕੰਮ ਕਰਨ ਦੇ ਲਈ ਘੱਟੋ ਘੱਟ ਹਫ਼ਤੇ ਦੇ ਵਿੱਚ 2 ਦਿਨ ਜਾਂ 3 ਦਿਨ। ਉਹ ਕਹਿੰਦੇ ਅਸੀਂ ਇਸ ਗੱਲ ਤੋਂ ਡਰਦੇ ਹਾਂ ਕਿ ਜਿਹੜੀ ਇਸ ਕਿਸਮ ਦਾ ਇੱਕ ਬਹੁਤ ਕਾਹਲੀ ਦੇ ਵਿੱਚ ਰਿਟਰਨ ਟੂ ਆਫਿਸ ਦਾ ਫੈਸਲਾ ਕੀਤਾ ਗਿਆ ਆ, ਇਹਦੇ ਨਾਲ ਜਿਹੜਾ ਕੋਈ ਨਾ ਕੋਈ ਜਿਹੜਾ ਉਸ ਕਿਸਮ ਦੀ ਆਊਟਪੁੱਟ ਸਾਹਮਣੇ ਨਹੀਂ ਆਊਗੀ। ਬਹੁਤ ਸਾਰੇ ਡਿਪਾਰਟਮੈਂਟ ਜਾਂ ਏਜੰਸੀਜ਼ ਜਿਹੜੀਆਂ ਇਸ ਗੱਲ ਦੇ ਲਈ ਤਿਆਰ ਹੀ ਨਹੀਂ, ਇਸ ਗੱਲ ਦੇ ਲਈ ਪ੍ਰੈਕਟੀਕਲ ਰਿਐਲਿਟੀਜ਼ ਦੇ ਲਈ ਜਿਹੜੀਆਂ ਸਰਕਾਰ ਦਾ ਹੁਕਮ ਆ ਜਿਹੜਾ ਜਾਰੀ ਕੀਤਾ ਗਿਆ ਵੀ ਉਹਦਾ ਜਦੋਂ ਲਾਗੂ ਹੋਣਾ ਪ੍ਰੈਕਟੀਕਲੀ ਪ੍ਰੋਬਲਮਸ ਕੀ ਆਉਣੀਆਂ, ਉਹਦੇ ਲਈ ਇਹ ਤਿਆਰ ਹੀ ਨਹੀਂ ਹੈ। ਸਰਕਾਰ ਨੇ ਇਹ ਕਿਹਾ ਸੀ ਕਿ ਇੱਕ ਹਾਈਬ੍ਰਿਡ ਵਰਕ ਹੁਣ ਸ਼ੁਰੂ ਕਰ ਦਿੱਤਾ ਜਾਵੇ ਕਿ ਜਿਹੜੇ EMPLOYEE ਆ ਉਹਨਾਂ ਨੂੰ ਕੰਮ ਦੇ ਉੱਤੇ ਆਉਣਾ ਪਵੇ 2 ਜਾਂ 3 ਦਿਨ। ਬਹੁਤ ਸਾਰੇ EMPLOYEE ਇਸ ਵੇਲੇ ਕੰਮ ਰਿਮੋਟਲੀ ਕਰ ਰਹੇ ਆ। ਕੋਵਿਡ-19 ਵੇਲੇ ਇਹਨਾਂ ਨੇ ਸ਼ੁਰੂ 'ਚ ਇਹ ਕੰਮ ਕਰ ਦਿੱਤਾ ਸੀ ਤੇ ਹੁਣ ਇੰਨਾ ਸਮਾਂ ਲੰਘ ਜਾਣ ਤੋਂ ਬਾਅਦ ਉਹਨਾਂ ਨੂੰ ਆਦਤ ਪੈ ਚੁੱਕੀ ਹੈ ਇਸੇ ਤਰੀਕੇ ਨਾਲ ਕੰਮ ਕਰਨ ਦੀ। ਹੁਣ ਇਹ ਹਾਈਬ੍ਰਿਡ ਵਰਕ ਮਾਡਲ ਐਂਡ ਆਫ ਮਾਰਚ ਤੱਕ ਕਿਹਾ ਗਿਆ ਵੀ ਤੁਸੀਂ 2 ਜਾਂ 3 ਦਿਨ ਜ਼ਰੂਰ ਕੰਮ ਦੇ ਉੱਤੇ ਆਉਣਾ ਸ਼ੁਰੂ ਕਰ ਦਿਓ। ਪਬਲਿਕ ਸੈਕਟਰ ਯੂਨੀਅਨ ਨੇ ਬਹੁਤ ਸਖਤ ਵਿਰੋਧ ਕੀਤਾ ਸੀ ਇਸ ਪਲਾਨ ਦਾ ਕਿ ਇਹ ਪਲਾਨ ਨੂੰ ਉਹਨਾਂ ਨੇ ਕਿਹਾ ਸੀ ਕਿ ਵਨ ਸਾਈਜ਼ ਫਿਟਸ ਆਲ ਅਪਰੋਚ ਗਲਤ ਆ, ਇਹਦੇ ਨਾਲ ਪ੍ਰੋਡਕਟੀਵਿਟੀ 'ਤੇ ਬਹੁਤ ਜ਼ਿਆਦਾ ਅਸਰ ਹੋਊਗਾ, ਪ੍ਰੋਡਕਟੀਵਿਟੀ ਥੱਲੇ ਆ ਜਾਊਗਾ। ਸਾਨੂੰ ਉਹ ਕਹਿੰਦੇ ਇਹਦੇ ਉੱਤੇ ਪ੍ਰੋਡਕਟੀਵਿਟੀ ਦੇ ਬਾਰੇ ਸੋਚਣਾ ਚਾਹੀਦਾ ਕਿ ਇਹ ਲੈਸ ਐਫੀਸ਼ੀਐਂਟ ਆ, ਲੈਸ ਪ੍ਰੋਡਕਟਿਵ ਆ। ਉਹਨਾਂ ਦੇ ਕਹਿਣ ਅਨੁਸਾਰ ਘਰਾਂ ਤੋਂ ਕੰਮ ਕਰਕੇ ਜ਼ਿਆਦਾ ਆਊਟਪੁੱਟ ਦਿੱਤੀ ਜਾ ਰਹੀ ਆ, ਹਾਈਬ੍ਰਿਡ ਮਾਡਲ ਦੇ ਨਾਲ ਜ਼ਿਆਦਾ ਆਊਟਪੁੱਟ ਨਹੀਂ ਦਿੱਤੀ ਜਾ ਸਕਦੀ। ਫੈਡਰਲ EMPLOYEE ਇਸ ਵੇਲੇ ਜਿਹੜੇ ਜਦੋਂ ਹਾਲੇ ਉਹਨਾਂ ਨੂੰ ਇਹ ਵੀ ਨਹੀਂ ਡੈਡੀਕੇਟਡ ਆਫਿਸ ਹੀ ਹੈ ਨਹੀਂ ਉਹਨਾਂ ਕੋਲ ਜਿੱਥੇ ਉਹਨਾਂ ਨੇ ਵਾਪਸ ਆਉਣਾ ਆ। ਇੱਕ ਪਾਸੇ ਜਦੋਂ ਇਹ ਜਿਹੜੀ ਹਾਈਬ੍ਰਿਡ ਮਾਡਲ ਦੀ ਗੱਲਬਾਤ ਕੀਤੀ ਜਾ ਰਹੀ ਹੈ ਜਾਂ ਰਿਮੋਟ ਵਰਕ ਆ, ਇਸ ਚੀਜ਼ ਨੂੰ ਕੁਛ ਸਰਚਸ ਹੋਰ ਵੀ ਸਪੋਰਟ ਕਰ ਰਹੀਆਂ। ਇੱਕ ਜਿਹੜਾ 4 ਡੇ ਵੀਕ ਵਰਕ ਟਰਾਇਲ ਉੱਥੇ ਇੰਗਲੈਂਡ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਹੁਣ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਹੋਇਆ, ਉਹ ਕਹਿੰਦੇ ਬਹੁਤ ਸਫਲਤਾ ਦੇ ਨਾਲ ਚੱਲਿਆ। ਹਾਲਾਂਕਿ ਉਸ ਟਰਾਇਲ ਦਾ ਇਸ ਗੱਲ ਦੇ ਨਾਲ ਸੰਬੰਧ ਕੋਈ ਨਹੀਂ, ਪਰ ਕਿਤੇ ਨਾ ਕਿਤੇ ਲੋਕਾਂ ਦੀ ਅਪਰੋਚ ਪੈਂਡੈਮਿਕ ਤੋਂ ਬਾਅਦ ਘੱਟ ਕੰਮ ਕਰਨ ਵੱਲ ਨੂੰ ਜਾ ਰਹੀ ਆ। ਉਹ ਜਿਹੜਾ ਮਾਡਲ ਇਹ ਦੱਸਦਾ ਹੈ ਕਿ 4 ਹਫ਼ਤੇ ਦੇ ਵਿੱਚ 4 ਦਿਨ ਕੰਮ ਕਰਕੇ ਤੁਹਾਨੂੰ ਪੂਰੀ ਤਨਖਾਹ ਲੈ ਕੇ ਤੇ ਪੂਰੀ ਆਊਟਪੁੱਟ ਦੇ ਕੇ ਜਿਹੜਾ ਮਾਡਲ ਸਿਰਜਿਆ ਗਿਆ ਉਹ ਜ਼ਿਆਦਾ ਸੌਖਾ ਆ ਤੇ ਲੋਕ ਉਹਨੂੰ ਜ਼ਿਆਦਾ ਪ੍ਰੈਫਰ ਕਰ ਰਹੇ ਆ। ਉਹਦਾ ਸਿੱਧਾ ਅਸਰ ਕਿਤੇ ਨਾ ਕਿਤੇ ਇਹਨਾਂ ਵਰਕਰਸ ਦੇ ਉੱਤੇ ਵੀ ਪੈ ਰਿਹਾ ਜਿਹੜੇ ਇਸ ਵੇਲੇ ਸੋਚ ਰਹੇ ਆ ਕਿ ਤੁਹਾਨੂੰ ਤੇ ਕੰਮ ਚਾਹੀਦਾ, ਕੰਮ ਅਸੀਂ ਘਰੋਂ ਪੂਰਾ ਕਰ ਰਹੇ ਹਾਂ ਤੇ ਦਫ਼ਤਰ ਵਿੱਚ ਕਿਉਂ ਦੁਬਾਰਾ ਸੱਦ ਰਹੇ ਹਾਂ। ਇਹ ਜਿਹੜੀ ਯੂਨੀਅਨ ਆ ਇਹਦੇ ਵਿੱਚ ਲਗਭਗ 72,000 ਦੇ ਕਰੀਬ EMPLOYEE ਆ। ਇਹਨਾਂ ਨੇ ਆਪਣੀ ਇਹ ਚਿੰਤਾ ਦੱਸੀ ਹੈ ਵਰਕ ਪਲੇਸ ਸੇਫਟੀ ਨੂੰ ਲੈ ਕੇ, ਆਫਿਸ ਦੀ ਇਕਵਿਪਮੈਂਟ ਦੀ ਅਵੇਲੇਬਿਲਿਟੀ ਨੂੰ ਲੈ ਕੇ, ਨੈਟਵਰਕ ਦੀ ਕਪੈਸਿਟੀ ਨੂੰ ਲੈ ਕੇ, ਜਿਹੜਾ ਵਰਕ ਐਗਰੀਮੈਂਟ ਆ ਉਹਦੀ ਬਰੀਚਿੰਗ ਨੂੰ ਲੈ ਕੇ, ਜਾਂ ਜਿਹੜੀ ਉਹਦੇ ਪੈਰਲਰ ਇੱਕ ਚਾਈਲਡ ਕੇਅਰ ਅਵੇਲੇਬਿਲਿਟੀ ਆ ਉਹਨੂੰ ਲੈ ਕੇ ਬਹੁਤ ਸਾਰੇ ਇਸ਼ੂ ਇਹਨਾਂ ਨੇ ਲੋਕਾਂ ਦੇ ਸਾਹਮਣੇ ਰੱਖੇ ਆ। ਤੇ ਹੁਣ ਜਿਹੜੇ ਇਹਦੇ ਬਾਰੇ ਦੇਖੋ ਭਵਿੱਖ ਦੇ ਵਿੱਚ ਸਰਕਾਰ ਦੇ ਇਸ ਫੈਸਲੇ ਵੱਲ ਲੋਕ ਕਿੰਨਾ ਕੁ ਜਾਂਦੇ ਆ, ਜਾਂ ਜਿਹੜੇ ਯੂਨੀਅਨ ਦੇ ਕੋਲ ਉਹਨਾਂ ਦੇ ਮੈਂਬਰ ਕੰਸਰਨ ਲੈ ਕੇ ਆ ਰਹੇ ਆ, ਇਹ ਅੱਗੇ ਜਾ ਕੇ ਇਹਦਾ ਨਿਬੇੜਾ ਕਿਸ ਪਾਸੇ ਹੁੰਦਾ। ਦੋਸਤੋ, ਇਹਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।